ਮੈਂ ਸੁਣਿਆ ਕਿ ਇਹਦੇ ਨਾਲ ਕੈਂਸਰ ਹੋ ਜਾਂਦਾ ਹੈ। ਉਹਦੇ ਵਾਸਤੇ ਕੁਝ ਕਰ ਸਕਦਾ? ਕੈਂਸਰ ਬਾਰੇ ਤਾਂ ਤੁਸੀਂ ਸੋਚੋ ਵੀ ਨਾ, ਮੇਰਾ ਕਹਿਣ ਦਾ ਮਤਲਬ ਠੀਕ ਹੈ। ਕੋਈ ਲੈਣਾ ਦੇਣਾ ਨਹੀਂ ਇਹਦੇ ਨਾਲ, ਕਿਉਂਕਿ ਪ੍ਰੋਬਲਮ ਜਿਹੜੀ ਹੈਗੀ ਜੈਨੇਟਿਕ ਹੈ, ਇਹ ਕੋਈ ਬਿਮਾਰੀ ਨਹੀਂ ਹੈਗੀ। ਸੋ ਇਹ ਬਾਲ ਜਦੋਂ ਆਪਾਂ ਇੱਥੋਂ ਕੱਢ ਕੇ ਬਾਲਨੈਸ ਵਾਲੀ ਜਗ੍ਹਾ ਤੇ ਲਗਾਉਂਦੇ ਆ ਤਾਂ ਮੁੜ ਕੇ ਇਹ ਵੀ ਨਹੀਂ ਝੜਦੇ। OMG ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਬਲਵਿੰਦਰ ਸ਼ਰਮਾ ਤੇ ਨਾਲ ਕੈਮਰਾਮੈਨ ਸ਼ਪਿੰਦਰ ਹੈਪੀ। ਜਿਸ ਤਰ੍ਹਾਂ ਕਿ ਪਹਿਲਾਂ ਨਾ ਇੱਕ ਐਡ ਆਉਂਦੀ ਹੁੰਦੀ ਸੀ, ਪਹਿਲੇ ਮੈਂ ਬਹੁਤ ਮੋਟਾ ਥਾ, जैसे कि पहले मैं बहुत गंजा था। एक कहावत बहुत मशहूर है कि गंजियां नूं कंघे बेचना। बिल्कुल, वैसे तो इसनूं काबलियत के तौर पर लिया जाता सी कि कोई बंदा जे कोई काबल है तो एक गंजे नूं भी कंघा बेच सकता है, पर इसनूं हकीकत च आपां ऐ लै सकते हैं कि गंजियां नूं बाल देना, यानी कि जिहड़े गंजे हुंदे आ उन्हां नूं बाल देना तो फिर कंघे तो नैचुरली बेचे गए। तो इस तरह की कहावत नूं जिहड़ा सच करते हैं मेरे नाल ने डॉक्टर दिवाकर गर्ग, जिहड़े कि वाकई गंजियां नूं कंघे बेचते हैं जां गंजियां नूं बाल दिंदे ने। डॉक्टर साहब तुहाडा बहुत बहुत स्वागत है चैनल ते। डॉक्टर साहब ये की थैरेपी है, मतलब की इलाज की है जिहड़ा कि इस तरह, जबकि वैसे आपने देखे कई फिल्मों च भी देखा कि बहुत मतलब जिहड़ा कोई गंजा हुंदा भावें कमेडी च लिया जाता उहनूं तो वो लिया जाता कि कई तरीके अपनाउंदा वो ਆਪਦੇ ਸਿਰ ਤੇ ਬਾਲ ਉਗਾਉਣ ਦੇ, ਜਾਂ ਬਿੱਗ ਵੀ ਲਾਉਂਦਾ, ਪਰ ਬਿੱਗ ਉਨੀ ਕਾਰਗਰ ਸਿੱਧ ਨਹੀਂ ਹੁੰਦੀ ਕਿਉਂਕਿ ਬਿੱਗ ਦਾ ਪਤਾ ਲੱਗਦਾ। ਤਾਂ ਜਿਹੜੇ ਤੁਹਾਡਾ ਥੈਰੇਪੀ ਹੈ, ਜਿਹੜਾ ਟ੍ਰੀਟਮੈਂਟ ਹੈ, ਉਹ ਨੈਚੁਰਲੀ ਬਾਲ ਵਧੀਆ ਹੋ ਜਾਂਦੇ ਨੇ, ਮਤਲਬ ਲੰਮਾ ਟਾਈਮ ਚੱਲਦੇ ਨੇ। ਤੇ ਤੁਸੀਂ ਦੱਸੋਗੇ ਇਸ ਥੈਰੇਪੀ ਬਾਰੇ ਵੀ ਐਕਚੁਅਲ 'ਚ ਹੁੰਦਾ ਕੀ ਹੈ ਇਹ? ਜਾਂ ਪਹਿਲਾਂ ਤਾਂ ਇਹ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਕਿ ਬਾਲ ਉੱਡਦੇ ਹੀ ਕਿਉਂ ਹੈ? ਕੁਝ ਸਰੀਰ 'ਚ ਕਮੀਆਂ ਹੁੰਦੀਆਂ ਨੇ, ਜਾਂ ਕੋਈ ਵਿਟਾਮਿਨ ਦੀ ਘਾਟ ਹੁੰਦੀ ਹੈ, ਜਾਂ ਕੈਲਸ਼ੀਅਮ ਦੀ ਘਾਟ ਹੁੰਦੀ ਹੈ, ਕੀ ਹੁੰਦਾ ਜੀ ਇਹ? ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਕਿ ਜਿਹੜਾ ਬਾਲਨੈਸ ਦੀ ਪ੍ਰੋਬਲਮ, ਜਿਵੇਂ ਤੁਸੀਂ ਗੰਜੇਪਨ ਦੀ ਪ੍ਰੋਬਲਮ ਜਿਹੜੀ ਕਹਿ ਰਹੇ ਹੋ, ਬਾਲਨੈਸ ਦੀ ਪ੍ਰੋਬਲਮ ਹੈ, ਇਹ ਹਮੇਸ਼ਾ ਤੁਸੀਂ ਦੇਖੋਗੇ ਕਿ ਹਮੇਸ਼ਾ ਆਦਮੀਆਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਕਦੇ ਵੀ ਇਹ ਪ੍ਰੋਬਲਮ ਲੇਡੀਜ਼ ਦੇ ਵਿੱਚ ਨਹੀਂ ਪ੍ਰੋਬਲਮ ਆਉਂਦੀ। ਲੇਡੀਜ਼ ਨੂੰ ਪ੍ਰੋਬਲਮ ਆਉਂਦੀ ਹੈ ਕਿ ਮੇਰੇ ਬਾਲ ਝੜ ਰਹੇ ਹੈ, ਕਾਫੀ ਟਾਈਮ ਤੋਂ ਬਾਲ ਝੜ ਰਹੇ ਹੈ, ਪਰ ਉਹਨਾਂ ਨੂੰ ਤੁਸੀਂ ਕਦੇ ਵੀ ਦੇਖੋਗੇ ਕਿ ਕਿਸੇ ਲੇਡੀ ਨੂੰ ਬਾਲਡ ਨਹੀਂ ਦੇਖੋਗੇ, ਕਦੇ ਉਹਨਾਂ ਨੂੰ ਗੰਜਾ ਨਹੀਂ ਦੇਖੋਗੇ। ਹਮੇਸ਼ਾ ਜਿਹੜੀ ਪ੍ਰੋਬਲਮ ਹੈ ਗੰਜਪਨ ਦੀ ਪ੍ਰੋਬਲਮ, ਜਿਹੜੀ ਬਾਲਨੈਸ ਦੀ ਪ੍ਰੋਬਲਮ ਹੈ, ਹਮੇਸ਼ਾ ਆਦਮੀਆਂ ਦੇ ਵਿੱਚ ਹੁੰਦੀ ਹੈ। ਠੀਕ ਹੈ। ਤੇ ਆਦਮੀਆਂ ਦੇ ਵਿੱਚ ਵੀ ਜਿਹੜੀ ਪ੍ਰੋਬਲਮ ਹੈ ਗੰਜਪਨ ਦੀ ਆਉਂਦੀ ਹੈ, ਉਹ ਇਸ ਜਗ੍ਹਾ ਤੇ ਆਉਂਦੀ ਹੈ। ਤੇ ਕਦੇ ਵੀ ਤੁਸੀਂ ਇਹ ਚੀਜ਼ ਦੇਖੋਗੇ, ਇਹ ਇੱਥੇ ਹਮੇਸ਼ਾ ਬਾਲ ਹੋਣਗੇ, ਚਾਹੇ ਉਹਦੀ ਉਮਰ 80 ਸਾਲ ਦੀ ਹੋਗੀ ਬੰਦੇ ਦੀ, ਚਾਹੇ 85 ਸਾਲ ਦੀ ਹੋਗੀ, 90 ਸਾਲ ਦੀ ਹੋਗੀ, ਹਮੇਸ਼ਾ ਪਿੱਛੇ ਵਾਲੇ ਬਾਲ ਰਹਿਣਗੇ, ਤਾਂ ਹਮੇਸ਼ਾ ਇਸੇ ਜਗ੍ਹਾ ਤੇ ਬਾਲ ਝੜਨਗੇ। ਠੀਕ ਹੈ। ਸੋ ਇਸ ਨੂੰ ਮੇਲ ਪੈਟਰਨ ਬਾਲਡਨੈਸ ਕਿਹਾ ਜਾਂਦਾ ਹੈ। 99.9% ਪ੍ਰੋਬਲਮ ਸਾਰੇ ਵਰਲਡ ਦੇ ਵਿੱਚ ਇਹੀ ਹੈ, ਤੇ 25% ਆਫ ਮੇਲਸ ਜਿਹੜੇ ਹੈਗੇ ਹੈ ਆਲ ਓਵਰ ਦਾ ਵਰਲਡ ਇਸ ਚੀਜ਼ ਨੂੰ ਸਫਰ ਕਰਦੇ ਨੇ। 25%। ਇਹ ਪ੍ਰੋਬਲਮ ਜਿਹੜੀ ਹੈਗੀ ਹੈ ਮੇਲ ਪੈਟਰਨ ਬਾਲਡਨੈਸ, ਇਹਨੂੰ ਤੁਸੀਂ ਜੈਨੇਟਿਕ ਕਹੋਗੇ, ਇਹ ਜੈਨੇਟਿਕ ਪ੍ਰੋਬਲਮ ਹੈ, ਜਾਂ ਆਪਾਂ ਹੈਰੀਡਿਟਰੀ ਕਹਿ ਦਿੰਦੇ ਹਾਂ। ਇਹ ਜੀਨਸ ਦੇ ਨਾਲ ਇਹਦਾ ਲਿੰਕਡ ਹੈਗਾ। ਕਈ ਜਿਹੜੇ ਪੇਸ਼ੈਂਟਸ ਹੈਗੇ ਆ ਜਾਂ ਪਰਸਨਸ ਹੈਗੇ ਆ, ਉਹਨਾਂ ਦੇ ਵਿੱਚ ਬਾਲਡਨੈਸ ਦੇ ਜੀਨਸ ਹੁੰਦੇ ਆ। ਓਕੇ। ਸੋ ਉਹ ਜਿਹੜੇ ਜਿਸ ਪੇਸ਼ੈਂਟ ਦੇ ਵਿੱਚ ਬਾਲਡਨੈਸ ਦੇ ਜੀਨਸ ਹੈਗੇ ਆ, ਉਹਦੇ ਉੱਤੇ ਟੈਸਟੋਸਟਰੋਨ ਦਾ ਅਸਰ ਹੁੰਦਾ ਹੈ, ਜਿਹੜਾ ਕਿ ਮੇਲ ਹਾਰਮੋਨ ਹੁੰਦਾ ਹੈ, ਜਿਹੜਾ ਕਿ ਲੇਡੀਜ਼ ਦੇ ਵਿੱਚ ਬਹੁਤ ਘੱਟ ਮਾਤਰਾ ਦੇ ਵਿੱਚ ਹੁੰਦਾ ਹੈ। ਤਾਂ ਜੇ ਟੈਸਟੋਸਟਰੋਨ ਹਾਰਮੋਨ ਉਹਨਾਂ ਬਾਲਾਂ 'ਤੇ ਅਟੈਕ ਕਰਦਾ ਹੈ ਜਿਨ੍ਹਾਂ ਦੇ ਉੱਤੇ ਜੀਨਸ ਦਾ ਅਸਰ ਹੈ, ਅਤੇ ਜਿਹੜਾ ਜੀਨਸ ਦਾ ਅਸਰ ਹੈ ਬਚਪਨ ਤੋਂ ਹੀ ਹੁੰਦਾ ਹੈ, ਲੇਕਿਨ ਜਿਹੜਾ ਟੈਸਟੋਸਟਰੋਨ ਹਾਰਮੋਨ ਹੈ ਇਹ 18 ਜਾਂ 19 ਸਾਲ ਤੋਂ ਬਾਅਦ ਲੜਕਿਆਂ ਦੇ ਵਿੱਚ ਐਕਟਿਵ ਹੋਣਾ ਸ਼ੁਰੂ ਹੋ ਜਾਂਦਾ ਹੈ, ਅਤੇ ਜਿੱਥੇ ਜਿਹੜੇ ਬਾਲ ਦੇ ਵਿੱਚ ਜੀਨਸ ਹੁੰਦੇ ਹੈ ਉਹਨਾਂ ਬਾਲਾਂ 'ਤੇ ਅਟੈਕ ਕਰਨਾ ਸ਼ੁਰੂ ਕਰ ਦਿੰਦਾ ਹੈ। ਅਤੇ ਹੌਲੀ ਹੌਲੀ ਇਹ ਜਿਹੜੀ ਪ੍ਰੋਬਲਮ ਹੈ ਪਹਿਲਾਂ ਇੱਥੋਂ ਸਟਾਰਟ ਹੁੰਦੀ ਹੈ, ਫਸਟ ਸਟੇਜ ਇੱਥੋਂ ਹੁੰਦੀ ਹੈ ਸਟਾਰਟ। ਇਹ ਤੁਸੀਂ ਕਦੇ ਵੀ ਦੇਖੋਗੇ ਜੇ ਮੇਲਸ ਦੀ ਪ੍ਰੋਬਲਮ ਇੱਥੋਂ ਸਟਾਰਟ ਹੋਏਗੀ, ਇਹ ਫਿਰ ਹੌਲੀ ਹੌਲੀ ਇਹ ਜਗ੍ਹਾ ਖਾਲੀ ਹੋ ਜਾਏਗੀ, ਹੌਲੀ ਹੌਲੀ ਫਿਰ ਇੱਥੋਂ ਸਟਾਰਟ ਹੋਏਗੀ ਪ੍ਰੋਬਲਮ। ਇਹ ਹੌਲੀ ਹੌਲੀ ਇਹ ਚੀਜ਼ ਜਿਹੜੀ ਜਗ੍ਹਾ ਹੈ ਖਾਲੀ ਹੁੰਦੀ ਜਾਏਗੀ। ਪਰ ਇਹ ਪ੍ਰੋਬਲਮ ਜਿਹੜੀ ਹੈਗੀ ਪਿੱਛੇ ਵਾਲੇ ਬਾਲ ਜਿਹੜੇ ਹੈਗੇ ਹੈ ਇਹ ਹਮੇਸ਼ਾ ਠੀਕ ਰਹਿਣਗੇ। ਹੁਣ ਪਿੱਛੇ ਵਾਲੇ ਬਾਲ ਕਿਉਂ ਠੀਕ ਰਹਿੰਦੇ ਹੈ? ਕਿਉਂਕਿ ਇਹਨਾਂ ਦੇ ਉੱਤੇ ਜੀਨਸ ਦਾ ਅਸਰ ਨਹੀਂ ਹੁੰਦਾ। ਇਹ 100% ਆਫ ਦਾ ਮੇਲਸ ਜਿਹੜੇ ਹੈਗੇ ਹੈ ਇਹ ਸੇਫ ਨੇ। ਉਹਦੀ ਕੀ ਵਜ੍ਹਾ ਜੀ ਫਿਰ? ਬਸ ਜੈਨੇਟਿਕ ਹੈ, ਬਸ ਰੱਬ ਦੀ ਕੁਦਰਤ ਹੈ। ਅੱਛਾ, ਮਤਲਬ ਉਸ ਹਿੱਸੇ ਤੇ ਪਿੱਛੇ ਜਾਂ ਸਾਈਡਾਂ ਤੇ ਅਸਰ ਨਹੀਂ ਹੁੰਦਾ? ਹਾਂਜੀ, ਰੱਬ ਦੀ ਕੁਦਰਤ ਹੈ ਕਿ ਪਿੱਛੇ ਵਾਲੇ ਬਾਲਾਂ ਦੇ ਵਿੱਚ ਜੀਨਸ ਨਹੀਂ ਹੈਗੇ, ਦਾੜੀ ਦੇ ਬਾਲਾਂ ਵਿੱਚ ਜੀਨਸ ਨਹੀਂ ਹੈਗੇ, ਬਾਡੀ ਦੇ ਬਾਲਾਂ ਦੇ ਵਿੱਚ ਜੀਨਸ ਨਹੀਂ ਹੈਗੇ, ਸਿਰਫ ਇਹਨਾਂ ਬਾਲਾਂ ਦੇ ਵਿੱਚ ਹੀ ਜੀਨਸ ਹੁੰਦੇ ਨੇ। ਉਹ that happens only in 25% of the cases in all over the world. ਸੋ ਟੈਸਟੋਸਟਰੋਨ ਹਾਰਮੋਨ ਇਹਨਾਂ ਤੇ ਅਟੈਕ ਕਰਦਾ ਹੈ। ਹੁਣ ਲੇਡੀਜ਼ ਦੇ ਵਿੱਚ ਜਿਹੜਾ ਹੈਗਾ ਟੈਸਟੋਸਟਰੋਨ ਹਾਰਮੋਨ ਨਹੀਂ ਹੁੰਦਾ, ਸੋ ਉਹਨਾਂ ਦੇ ਵਿੱਚ ਅਗਰ ਜੀਨਸ ਹੈਗੇ ਵੀ ਹੈ ਤਾਂ ਵੀ ਅਸਰ ਨਹੀਂ ਹੁੰਦਾ, ਤਾਂ ਵੀ ਉਹਨਾਂ ਤੇ ਅਸਰ ਨਹੀਂ ਹੋਏਗਾ, ਕਿਉਂਕਿ ਟੈਸਟੋਸਟਰੋਨ ਨਹੀਂ ਹੈਗਾ, ਉਹਨਾਂ ਨੂੰ ਬਾਲਾਂ ਨੂੰ ਝਾੜਨ ਵਾਲਾ ਕੋਈ ਨਹੀਂ ਹੈਗਾ। ਸੋ ਇਹ ਪ੍ਰੋਬਲਮ ਜਿਹੜੀ ਹੈਗੀ ਹੈ ਇਹ ਕੋਈ ਡਿਜ਼ੀਜ਼ ਨਹੀਂ ਹੈਗੀ, ਵੈਸੇ ਇਹ ਕੋਈ ਡਿਜ਼ੀਜ਼ ਨਹੀਂ, ਕੋਈ ਬਿਮਾਰੀ ਨਹੀਂ ਹੈਗੀ। ਬਸ ਜਿਵੇਂ ਕਿਸੇ ਦਾ ਰੰਗ ਗੋਰਾ ਹੈਗਾ, ਕਿਸੇ ਦਾ ਰੰਗ ਕਾਲਾ ਹੈਗਾ,
ਕਿਸੇ ਦੀ ਹਾਈਟ ਜ਼ਿਆਦਾ ਹੈਗੀ ਹੈ, ਕਿਸੇ ਦੀ ਹਾਈਟ ਘੱਟ ਹੈ, ਇਹ ਸਾਰਾ ਜੀਨਸ ਦੇ ਨਾਲ ਰਿਲੇਸ਼ਨ ਹੈ ਇਹਦਾ। ਇਸੇ ਤਰ੍ਹਾਂ ਬਾਲਾਂ ਦਾ ਝੜਨਾ ਵੀ ਜੀਨਸ ਦੇ ਨਾਲ ਰਿਲੇਸ਼ਨ ਹੈ ਇਹਦਾ। ਤੇ ਡਾਕਟਰ ਸਾਹਿਬ ਇਹ ਜਿਹੜੀ ਚੀਜ਼ ਇਹ ਹੁੰਦੀ ਹੈ, ਇਹਦਾ ਕੋਈ ਪਹਿਲਾਂ ਤੋਂ ਨਹੀਂ ਮਤਲਬ ਵੀ ਧਿਆਨ ਰੱਖਿਆ ਜਾ ਸਕਦਾ, ਜਾਂ ਹੁਣ ਤਾਂ ਚਲੋ ਇਲਾਜ ਆ ਗਿਆ, ਜਦੋਂ ਪਹਿਲਾਂ ਇਲਾਜ ਨਹੀਂ ਸੀ ਐਂ ਚੱਲੀ ਜਾਂਦਾ ਸੀਗਾ, ਕਿ ਇਹ ਹੋ ਸਕਦਾ ਹੈ ਕਿ ਸਪੋਜ਼ ਟੂ ਕਿਸੇ ਬੰਦੇ ਨੂੰ ਇਹ ਪ੍ਰੋਬਲਮ ਹੈ, ਠੀਕ ਹੈ, ਤਾਂ ਉਹ ਅੱਗੇ ਆਪਦੇ ਬੱਚਿਆਂ 'ਚ ਕਿਵੇਂ ਇਸ ਚੀਜ਼ ਨੂੰ, ਮੰਨ ਲਓ ਲੜਕੇ 'ਚ ਵੀ ਇਹ ਡਰ ਹੁੰਦਾ ਹੈ ਕਿ ਬਾਲਨੈਸ ਦੀ ਪ੍ਰੋਬਲਮ ਆ ਸਕਦੀ ਹੈ, ਉਹਦੇ ਵਾਸਤੇ ਕੁਝ ਕਰ ਸਕਦਾ? ਦੇਖੋ ਇਸ ਤਰ੍ਹਾਂ ਨਹੀਂ, ਆਪਾਂ ਪਹਿਲਾਂ ਨਹੀਂ ਇਸ ਤਰ੍ਹਾਂ ਕੁਝ ਕਰ ਸਕਦੇ ਕਿ ਜ਼ਰੂਰੀ ਨਹੀਂ ਹੈਗੀ ਪ੍ਰੋਬਲਮ ਕਿ ਜਿਹੜੇ ਫਾਦਰ ਨੂੰ ਪ੍ਰੋਬਲਮ ਹੈਗੀ ਉਹਦੇ ਬੱਚੇ ਨੂੰ ਇਹ ਪ੍ਰੋਬਲਮ ਆਏਗੀ। ਓਕੇ, ਕਿਉਂਕਿ ਬੱਚੇ ਦੀ ਜਿਹੜੀ ਪ੍ਰੋਬਲਮ ਬੱਚੇ ਦੇ ਵਿੱਚ ਜੀਨਸ ਹੈਗੇ ਆ, ਹੋ ਸਕਦਾ ਉਹਦੇ ਜੀਨਸ ਮਦਰ ਸਾਈਡ ਤੋਂ ਆ ਜਾਣ, ਓਕੇ, ਬਾਲਾਂ ਦੇ ਜੀਨਸ ਹੈ ਉਹਦੇ ਮਦਰ ਸਾਈਡ ਤੋਂ ਆ ਜਾਣ। ਠੀਕ ਤੇ ਜ਼ਰੂਰੀ ਨਹੀਂ ਹੈ ਕਿ ਫਾਦਰ ਨੂੰ ਅਗਰ ਪ੍ਰੋਬਲਮ ਹੈ ਤਾਂ ਮਦਰ ਉਹਦੇ ਬੱਚੇ ਨੂੰ ਹੋਏਗੀ, ਬੇਟੇ ਨੂੰ ਪ੍ਰੋਬਲਮ ਹੋਏਗੀ। ਹੂੰ, ਇਹ ਵੀ ਜ਼ਰੂਰੀ ਨਹੀਂ ਹੈਗੀ ਕਿ ਫਾਦਰ ਨੂੰ ਪ੍ਰੋਬਲਮ ਨਹੀਂ ਹੈਗੀ ਤਾਂ ਉਹਦੇ ਬੇਟੇ ਨੂੰ ਪ੍ਰੋਬਲਮ ਨਹੀਂ ਹੈਗੀ, ਕਿਉਂਕਿ ਇਹ ਜੀਨਸ ਜਿਹੜੇ ਹੈਗੇ ਮਦਰ ਸਾਈਡ ਤੋਂ ਆ ਸਕਦੇ ਆ। ਇਹ ਵੀ ਕੋਈ ਜ਼ਰੂਰੀ ਨਹੀਂ ਹੈਗਾ ਕਿ ਪ੍ਰੋਬਲਮ ਜਿਹੜੀ ਹੈਗੀ ਫਾਦਰ ਸਾਈਡ ਦੇ ਵਿੱਚ ਵੀ ਹੈ ਨਹੀਂ, ਮਦਰ ਸਾਈਡ ਦੇ ਵਿੱਚ ਵੀ ਹੈ ਨਹੀਂ, ਪਰ ਬੱਚੇ 'ਚ ਨਹੀਂ ਆਏਗੀ। ਕਿਉਂਕਿ ਮਦਰ ਫਾਦਰ ਦੇ ਕਈ ਜੀਨਸ ਇਸ ਤਰ੍ਹਾਂ ਦੇ ਹੁੰਦੇ ਆ ਕਿ ਜਿਹੜੇ ਸ਼ੋ ਨਹੀਂ ਹੁੰਦੇ, ਜਿਨ੍ਹਾਂ ਨੂੰ ਅਸੀਂ ਰਿਸੈਸਿਵ ਜੀਨ ਕਹਿੰਦੇ ਆ। ਓਕੇ, ਜਦੋਂ ਮਦਰ ਦੇ ਵਿੱਚ ਵੀ ਜੀਨ ਸੀਗੇ ਪਰ ਉਹ ਰਿਸੈਸਿਵ ਸੀ, ਉਹ ਦਿਖ ਨਹੀਂ ਰਹੇ ਸੀ, ਤੇ ਫਾਦਰ ਦੇ ਵਿੱਚ ਵੀ ਇਹ ਜੀਨ ਸੀਗੇ ਜਿਹੜੇ ਦਿਖ ਨਹੀਂ ਰਹੇ ਸੀ। ਮਦਰ ਫਾਦਰ ਦੇ ਦੋਨੋਂ ਮਿਲ ਕੇ ਡੋਮੀਨੈਂਟ ਹੋ ਗਏ ਤਾਂ ਆਪਣੇ ਬੇਟੇ ਦੇ ਵਿੱਚ ਨਜ਼ਰ ਆਉਣ ਲੱਗੇ। ਹੁਣ ਇਹ ਪ੍ਰੋਬਲਮ ਜਿਹੜੀ ਆਪਾਂ ਕਹਿੰਦੇ ਕਿ ਆਪਾਂ ਪਹਿਲਾਂ ਤੋਂ ਹੀ ਕੁਝ ਇਸ ਤਰ੍ਹਾਂ ਕਰ ਲਈਏ, ਇਹ ਪ੍ਰੋਬਲਮ ਦੇਖੋ ਇਹਦਾ ਇਲਾਜ ਉਦੋਂ ਹੀ ਸਟਾਰਟ ਹੋਏਗਾ ਜਦੋਂ ਉਹਨੂੰ ਫੀਲ ਹੋਣਾ ਸ਼ੁਰੂ ਹੋਏਗਾ ਕਿ ਮੇਰੇ ਵਾਲ ਝੜਨ ਲੱਗ ਗਏ। ਜਦੋਂ ਵੀ ਇਹ ਪ੍ਰੋਬਲਮ ਇੱਥੋਂ ਸਟਾਰਟ ਹੋਏਗੀ, ਜੇ ਫੀਲ ਹੋਏਗਾ ਕਿ ਮੇਰੀ ਇਹ ਚੀਜ਼ ਪਿੱਛੇ ਨੂੰ ਜਾ ਰਹੀ ਹੈ, ਕਿਸੇ ਵੀ ਲੜਕੇ ਨੂੰ, ਫੈਮਿਲੀ ਦੇ ਵਿੱਚ ਲੜਕੇ ਨੂੰ ਇਹ ਪ੍ਰੋਬਲਮ ਲੱਗ ਰਹੀ ਵੀ ਯੰਗ ਏਜ ਦੇ ਵਿੱਚ ਇਹ ਲੱਗ ਰਿਹਾ ਕਿ 18 ਸਾਲ ਤੋਂ ਬਾਅਦ ਇਹ ਚੀਜ਼ ਪਿੱਛੇ ਨੂੰ ਜਾ ਰਹੀ ਹੈ, ਇਟ ਮੀਨਸ ਉਹਦੀ ਬਾਲਨੈਸ ਦੀ ਪ੍ਰੋਬਲਮ ਸ਼ੁਰੂ ਹੋ ਗਈ ਹੈ। ਠੀਕ ਹੈ। ਸੋ ਹੁਣ ਇਹਦੇ ਵਿੱਚ ਜਿਹੜਾ ਟ੍ਰੀਟਮੈਂਟ ਆਪਾਂ ਉਸ ਤੋਂ ਬਾਅਦ ਹੀ ਸਟਾਰਟ ਕਰਾਂਗੇ ਜੇ ਬਾਲਨੈਸ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਗਈ। ਇਹ ਨਹੀਂ ਕਿ ਪਹਿਲਾਂ ਹੀ ਸ਼ੁਰੂ ਕਰ ਦਾਂਗੇ, ਕੁਝ ਇਸ ਤਰ੍ਹਾਂ ਦੀ ਪ੍ਰੀਕਾਸ਼ਨ ਸ਼ੁਰੂ ਕਰਾਂਗੇ ਕਿ ਇਹ ਪ੍ਰੋਬਲਮ ਆਏ ਹੀ ਨਾ। ਹਾਂਜੀ, ਹਾਂਜੀ, ਸੋ ਜਦੋਂ ਸ਼ੁਰੂ ਹੋ ਗਈ ਹੈ ਪ੍ਰੋਬਲਮ, ਉਸ ਤੋਂ ਬਾਅਦ ਦੇਖੋ ਮੈਡੀਸਿਨਸ ਹੈਗੀਆਂ, FDA ਅਪਰੂਵਡ ਮੈਡੀਸਿਨਸ ਹੈਗੀਆਂ, ਜਿਵੇਂ ਕਿ ਕੁਝ ਲੋਸ਼ਨਸ ਹੈਗੇ ਹੈ, ਟੈਬਲੇਟਸ ਹੈਗੀਆਂ, ਤੇ ਇੱਕ ਨਵੀਂ ਲੇਟੈਸਟ ਟ੍ਰੀਟਮੈਂਟ ਹੈਗੀ ਹੈ ਪਲੇਟਲੈਟ ਰਿਚ ਪਲਾਜ਼ਮਾ ਥੈਰੇਪੀ। ਓਕੇ, ਸੋ ਇਹ 3-4 ਟ੍ਰੀਟਮੈਂਟਸ ਹੈਗੀਆਂ ਜਿਹਦੇ ਨਾਲ ਅਸੀਂ ਕੁਝ ਹੱਦ ਤੱਕ ਬਾਲਾਂ ਨੂੰ ਝੜਨ ਤੋਂ ਰੋਕਣ ਤੋਂ ਬਚਾ ਸਕੇ ਹਾਂ। ਓਕੇ, ਓਕੇ, ਲੇਕਿਨ 100% ਅਸੀਂ ਫਿਰ ਵੀ ਨਹੀਂ, ਇਹਨਾਂ ਟ੍ਰੀਟਮੈਂਟਸ ਨੂੰ ਕਰਨ ਤੋਂ ਬਾਅਦ ਵੀ ਅਸੀਂ ਪੇਸ਼ੈਂਟ ਨੂੰ ਗਾਰੰਟੀ ਨਹੀਂ ਦੇ ਪਾਉਂਦੇ ਕਿ ਅਗਰ ਮੈਂ ਇਹ ਟ੍ਰੀਟਮੈਂਟ ਕਰੂੰਗਾ ਤਾਂ 100% ਤੁਹਾਡਾ ਇਹ ਜ਼ਰੂਰੀ ਨਹੀਂ ਹੈਗਾ ਕਿ ਇਹ ਬਾਲ ਝੜਨੋਂ ਬੰਦ ਹੋ ਜਾਣਗੇ, ਕਿ ਇਹ ਬਾਲ ਝੜਨੋਂ ਇੱਥੇ ਹੀ ਰੁਕ ਜਾਣਗੇ। ਸੋ ਅਸੀਂ ਟ੍ਰੀਟਮੈਂਟ ਜ਼ਰੂਰ ਦਿੰਦੇ ਹਾਂ, ਪੇਸ਼ੈਂਟ ਨੂੰ ਬਹੁਤ ਫਾਇਦੇ ਵੀ ਹੁੰਦੇ ਆ, ਬਹੁਤ ਲੋਕ ਕਰਾ ਵੀ ਰਹੇ ਆ ਟ੍ਰੀਟਮੈਂਟਸ। PRP ਟ੍ਰੀਟਮੈਂਟ ਅੱਜ ਕੱਲ੍ਹ ਬਹੁਤ ਕਰਾ ਰਹੇ ਨੇ, ਪਲੇਟਲੈਟ ਰਿਚ ਪਲਾਜ਼ਮਾ ਥੈਰੇਪੀ, ਲੋਕਾਂ ਨੂੰ ਫਾਇਦਾ ਵੀ ਹੋ ਰਿਹਾ ਹੈ, ਉਹਨਾਂ ਦੇ ਬਾਲ ਝੜਨੇ ਰੁਕ ਵੀ ਗਏ ਹੈ। ਬਟ ਇਹ ਕਹਿਣਾ ਮੁਸ਼ਕਿਲ ਹੈ ਕਿ ਅਗਰ ਟ੍ਰੀਟਮੈਂਟ ਲਵਾਂਗੇ ਤਾਂ ਬਾਲ ਝੜਨੋਂ ਰੁਕ ਜਾਣਗੇ, ਓਕੇ, ਕਿਉਂਕਿ ਪ੍ਰੋਬਲਮ ਜਿਹੜੀ ਹੈਗੀ ਜੈਨੇਟਿਕ ਹੈ, ਇਹ ਕੋਈ ਬਿਮਾਰੀ ਨਹੀਂ ਹੈਗੀ। ਇਹ ਡਾਕਟਰ ਸਾਹਿਬ ਹਮੇਸ਼ਾ ਇਹ ਹੁੰਦਾ ਹੈ ਕਿ ਯਾਰ ਵੀ ਜਿਹੜਾ ਜੇ ਗੰਜੇ ਦੇ ਸਿਰ ਤੇ ਬਾਲ ਲਾਉਣੇ ਆ ਜਿਵੇਂ ਤੁਹਾਡੀ ਥੈਰੇਪੀ ਦੇ ਥਰੂ, ਤਾਂ ਉਹਦੇ 'ਚ ਦਰਦ ਬੜਾ ਹੁੰਦਾ ਹੈ, ਜਾਂ ਸੂਈਆਂ ਮਤਲਬ ਉਹਨੇ ਟੀਕੇ ਲਾਏ ਜਾਂਦੇ ਆ, ਸੂਈਆਂ ਲਾਈਆਂ ਜਾਂਦੀਆਂ, ਇਹ ਕਿੰਨਾ ਕੁ ਸੱਚ ਹੈ ਕਿ ਕਿੰਨਾ ਕੁ ਦਰਦ ਹੁੰਦਾ ਹੈ? ਕਿਉਂਕਿ ਲੋਕਾਂ 'ਚ ਅਵੇਅਰਨੈਸ ਨਾ ਹੋਣ ਕਰਕੇ ਉਹ ਡਰਦੇ ਬਹੁਤ ਨੇ ਇਸ ਚੀਜ਼ ਤੋਂ। ਤਾਂ ਉਹ ਜਿਹੜੇ ਇਹ ਵਾਲ ਲਾਏ ਕਿਵੇਂ ਜਾਂਦੇ ਨੇਗੇ, ਉਹ ਕੀ ਥੈਰੇਪੀ ਮਤਲਬ ਪ੍ਰਕਿਰਿਆ ਕੀ ਹੁੰਦੀ ਹੈ ਇਹਦੀ? ਹਾਂਜੀ, ਦੇਖੋ ਜੇ ਬਾਲਨੈਸ ਆ ਚੁੱਕੀ ਹੈ, ਪਹਿਲਾਂ ਤਾਂ ਜੇਕਰ ਹੇਅਰ ਫਾਲ ਹੋ ਰਿਹਾ ਉਹਦੇ ਲਈ ਤਾਂ ਅਸੀਂ ਟ੍ਰੀਟਮੈਂਟ ਹੀ ਕਰਾਂਗੇ, ਬਟ ਅਗਰ ਬਾਲਨੈਸ ਆ ਚੁੱਕੀ ਹੈ, ਪੇਸ਼ੈਂਟ ਔਡ ਫੀਲ ਕਰਨ ਲੱਗ ਗਿਆ ਹੈ, ਉਹਨੂੰ ਕੈਪ ਪਾਣੀ ਸ਼ੁਰੂ ਕਰਨੀ ਪੈ ਰਹੀ ਹੈ, ਉਹਨੂੰ ਬਾਹਰ ਜਾਣਾ ਤਾਂ ਕੈਪ ਪਾਣੀ ਪੈਂਦੀ ਹੈ, ਜਾਂ ਕੁਝ ਵੀ ਉਹਨੂੰ ਲੱਗਦਾ ਹੈ, ਤਾਂ ਉਹਦੇ ਵਾਸਤੇ ਫਿਰ ਬਾਲਨੈਸ ਨੂੰ ਠੀਕ ਕਰਨ ਲਈ ਫਿਰ ਕੋਈ ਟ੍ਰੀਟਮੈਂਟ ਨਹੀਂ ਹੈਗਾ। ਉਹਦੇ ਲਈ ਫਿਰ ਸਾਨੂੰ ਟ੍ਰਾਂਸਪਲਾਂਟ ਕਰਨਾ ਪੈਂਦਾ, ਇਹਨੂੰ ਕਹਿੰਦੇ ਹੇਅਰ ਟ੍ਰਾਂਸਪਲਾਂਟ। ਠੀਕ ਹੈ। ਇਹਦੀਆਂ 2 ਟੈਕਨੀਕਸ ਹੁੰਦੀਆਂ, ਇੱਕ ਤਾਂ ਹੁੰਦੀ ਹੈ FUE ਟੈਕਨੀਕ, ਇੱਕ ਹੁੰਦੀ ਹੈ FUT ਟੈਕਨੀਕ। FUE ਟੈਕਨੀਕ ਦਾ ਮਤਲਬ ਹੁੰਦਾ ਹੈ ਫੋਲੀਕਲ ਯੂਨਿਟ ਐਕਸਟ੍ਰੈਕਸ਼ਨ, ਤੇ FUT ਟੈਕਨੀਕ ਦਾ ਮਤਲਬ ਹੁੰਦਾ ਹੈ ਫੋਲੀਕਲ ਯੂਨਿਟ ਟ੍ਰਾਂਸਪਲਾਂਟੇਸ਼ਨ। ਦੋਨਾਂ ਦੇ ਵਿੱਚ ਟੈਕਨੀਕਸ ਦੇ ਵਿੱਚ ਕੀ ਕੀਤਾ ਜਾਂਦਾ ਹੈ, ਪੇਸ਼ੈਂਟ ਦੇ ਜਿਹੜੇ ਬਾਲ ਪਿੱਛੇ ਵਾਲੇ ਬਾਲ ਨੇ, ਸਾਈਡਾਂ ਵਾਲੇ ਬਾਲ ਹੈ, ਇਹਨਾਂ ਦੇ ਵਿੱਚੋਂ ਬਾਲ ਕੱਢ ਕੇ ਹਾਂਜੀ ਗੰਜੇਪਨ ਵਾਲੀ ਜਗ੍ਹਾ ਤੇ ਲਗਾਏ ਜਾਂਦੇ ਨੇ। ਠੀਕ ਹੈ। ਜਾਂ ਫਿਰ ਅਗਰ ਬਾਲ ਘਟਦੇ ਹੈ, ਜੇ ਪਿੱਛੋਂ ਆਪਾਂ ਨੂੰ ਇੰਨੇ ਬਾਲ ਨਹੀਂ ਮਿਲਦੇ ਤਾਂ ਅਸੀਂ ਬਾਲ ਦਾੜੀ ਚੋਂ ਲੈ ਲੈਂਦੇ ਹਾਂ, ਦਾੜੀ ਦੇ ਥੱਲੋਂ ਲੈ ਲੈਂਦੇ ਹਾਂ, ਜਾਂ ਫਿਰ ਵੀ ਬਾਲ ਘਟਦੇ ਹੈ ਤਾਂ ਚੈਸਟ ਦੇ ਬਾਲ ਲੈ ਲੈਂਦੇ ਹਾਂ। ਠੀਕ ਹੈ ਜੀ। ਲੇਕਿਨ ਸਭ ਤੋਂ ਵਧੀਆ ਜਿਹੜਾ ਰਿਜ਼ਲਟ ਹੁੰਦਾ ਹੈ ਉਹ ਪਿੱਛੇ ਵਾਲੇ ਬਾਲਾਂ ਤੇ ਸਾਈਡਾਂ ਵਾਲੇ ਬਾਲਾਂ ਦਾ ਹੀ ਹੁੰਦਾ ਹੈ। ਸੈਕਿੰਡ ਨੰਬਰ ਤੇ ਜਿਹੜਾ ਰਿਜ਼ਲਟ ਹੈ ਦਾੜੀ ਦੇ ਬਾਲਾਂ ਦਾ ਹੁੰਦਾ ਹੈ, ਤੇ ਥਰਡ ਨੰਬਰ ਤੇ ਜਿਹੜਾ ਰਿਜ਼ਲਟ ਹੁੰਦਾ ਹੈ ਉਹ ਚੈਸਟ ਦੇ ਬਾਲਾਂ ਦਾ ਹੁੰਦਾ ਹੈ। ਸੋ ਅਸੀਂ ਜਿਹੜਾ ਕੀ ਕਰਨਾ ਹੈ, ਅਸੀਂ ਟ੍ਰਾਂਸਫਰ ਕਰ ਰਹੇ ਹਾਂ। ਅਸੀਂ ਜਿਹੜੇ ਬਾਲ ਹੈਗੇ ਇੱਥੇ ਹੈਗੇ, ਜਿਹੜੇ ਬਚੇ ਹੋਏ ਬਾਲ ਹੈ, ਉਹਨਾਂ ਨੂੰ ਚੱਕ ਕੇ ਅਸੀਂ ਨਵੀਂ ਜਗ੍ਹਾ ਤੇ ਲਗਾ ਰਹੇ ਹਾਂ, ਬਾਲਨੈਸ ਵਾਲੀ ਜਗ੍ਹਾ ਤੇ ਲਗਾ ਰਹੇ ਹਾਂ। ਸੋ ਇਸ ਟੈਕਨੀਕ ਨੂੰ ਟ੍ਰਾਂਸਪਲਾਂਟ ਕਿਹਾ ਜਾਂਦਾ ਹੈ। ਠੀਕ ਹੈ। ਸੋ ਇਹ ਜਿਹੜਾ ਹੁਣ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਜਿਹੜੇ ਪਿੱਛੇ ਵਾਲੇ ਬਾਲ ਹੈ ਜਿਹੜੇ ਝੜਦੇ ਨਹੀਂ,
ਹਾਂਜੀ ਹਾਂਜੀ ਇਹਨਾਂ ਦੇ ਉੱਤੇ ਜੀਨਸ ਦਾ ਨਹੀਂ ਅਸਰ ਹੈਗਾ। ਸੋ ਚੈਸਟ ਦੇ ਵਾਲਾਂ ਤੇ ਜੀਨਸ ਦਾ ਨਹੀਂ ਅਸਰ ਹੈਗਾ, ਦਾੜੀ ਦੇ ਵਾਲਾਂ ਤੇ ਜੀਨਸ ਦਾ ਅਸਰ ਨਹੀਂ ਹੈਗਾ। ਠੀਕ ਹੈ। ਸੋ ਇਹ ਵਾਲ ਜਦੋਂ ਆਪਾਂ ਇੱਥੋਂ ਕੱਢ ਕੇ ਬਾਲਨੈਸ ਵਾਲੀ ਜਗ੍ਹਾ ਤੇ ਲਗਾਉਂਦੇ ਆ ਤਾਂ ਮੁੜ ਕੇ ਇਹ ਵੀ ਨਹੀਂ ਝੜਦੇ, ਇਹ ਦੁਬਾਰਾ ਝੜਨ ਦੀ ਪ੍ਰੋਬਲਮ ਨਹੀਂ ਆਉਂਦੀ। ਨਹੀਂ ਫਿਰ ਉਹ ਜੀਨਸ ਦਾ ਅਸਰ ਇਹਨਾਂ ਤੇ ਨਹੀਂ ਪਾਉਂਦਾ? ਨਹੀਂ ਹੁੰਦਾ, ਉਹ ਮੈਂ ਤੁਹਾਨੂੰ ਦੱਸਿਆ ਨਾ ਪਰ ਪਿੱਛੇ ਉਸੇ ਮਤਲਬ ਤੁਹਾਡੀ ਜਿਹੜੀ ਸਕਲਪ ਹੈ ਉਹਦੇ ਵਿੱਚ ਹੀ ਤਾਂ ਆ ਜਾਂਦੇ ਨੇ ਇਹ? ਨਹੀਂ ਸਕੈਲਪ ਜਿਹੜੀ ਹੈ, ਸਕੈਲਪ ਦੇ ਵਿੱਚ ਪ੍ਰੋਬਲਮ ਨਹੀਂ ਹੈਗੀ। ਓਕੇ, ਇਹ ਬਹੁਤ ਵਧੀਆ ਕੁਐਸਚਨ ਪੁੱਛਿਆ। ਪੇਸ਼ੈਂਟ ਨੂੰ ਲੱਗਦਾ ਕਿ ਯਾਰ ਮੇਰੇ ਸਕੈਲਪ ਖਰਾਬ ਹੈ ਤਾਂ ਮੇਰੇ ਵਾਲ ਝੜ ਗਏ, ਹਾਂਜੀ ਹਾਂਜੀ, ਵੀ ਮੇਰੀ ਸਕੈਲਪ ਖਰਾਬ ਸੀ ਤਾਂ ਝੜ ਗਏ। ਸਕੈਲਪ ਨਹੀਂ ਖਰਾਬ ਹੈਗੀ, ਤੁਹਾਡੀ ਸਕਿਨ ਨਹੀਂ ਖਰਾਬ ਹੈਗੀ, ਇੱਥੋਂ ਵਾਲੇ ਜਿਹੜੇ ਵਾਲ ਸੀਗੇ ਉਹਨਾਂ ਦੀਆਂ ਰੂਟਸ ਦੇ ਵਿੱਚ ਪ੍ਰੋਬਲਮ ਸੀਗੀ। ਪਰ ਡਾਕਟਰ ਸਾਹਿਬ ਜਿਹੜੀ ਉਹ ਰੂਟਸ ਹੈ ਉਹ ਆਉਂਦੀਆਂ ਤਾਂ ਉਸੇ ਹਿੱਸੇ ਚੋਂ ਹੀ ਨੇ ਨਾ, ਪਰ ਇਹ ਉਸੇ ਸਕਿਨ ਚੋਂ ਹੀ ਆਉਂਦੇ ਨੇ ਨਾ। ਦੇਖੋ ਰੱਬ ਦੀ ਕੁਦਰਤ ਹੈ, ਇਹ ਰੱਬ ਦੀ ਕੁਦਰਤ ਹੈ। ਨਾਲੇ ਕਹਿੰਦੇ ਹੁੰਦੇ ਕਿ ਸਾਇੰਸ ਹੈ ਇਹ। ਨਹੀਂ, ਇਹ ਰੱਬ ਦੀ ਕੁਦਰਤ ਹੈ ਕਿ ਇਹਨਾਂ ਵਾਲਾਂ ਵਿੱਚ ਜੀਨਸ ਨਹੀਂ ਹੁੰਦੇ, ਇਹ ਰੱਬ ਦੀ ਕੁਦਰਤ ਹੈ। ਇਹਦੇ ਵਿੱਚ ਕੋਈ ਸਾਇੰਸ ਨਹੀਂ। ਮੇਰੇ ਕਹਿਣ ਦਾ ਮਤਲਬ ਜਿਹੜੇ ਉਹ ਵਾਲ ਹੈ ਉਹ ਸਕਿਨ ਚੋਂ ਹੀ ਉਗਦੇ ਨੇ। ਹਾਂਜੀ, ਜਿਹੜੀ ਜੇ ਆਪਾਂ ਕਹਿ ਦਈਏ ਕਿ ਫਸਲ ਖਰਾਬ ਹੈ ਤਾਂ ਧਰਤੀ ਚੋਂ ਹੀ ਆ ਰਹੀ ਹੈ ਨਾ, ਉਵੇਂ ਮੈਂ ਕਹਿ ਰਿਹਾ ਕਿ ਜਿਹੜੀ ਸਕਿਨ ਦੇ ਵਿੱਚੋਂ ਜਿਹੜੇ ਵਾਲ ਆ ਰਹੇ ਆ, ਜੋ ਉੱਥੇ ਉਹ ਚੀਜ਼ ਖਰਾਬੀ ਨਹੀਂ ਹੈ, ਇਕੱਲੇ ਵਾਲਾਂ 'ਚ ਖਰਾਬੀ। ਵਾਲਾਂ 'ਚ ਖਰਾਬੀ ਬਸ ਇਹਨਾਂ ਵਾਲਾਂ ਵਿੱਚ ਖਰਾਬੀ ਹੁੰਦੀ ਹੈ ਕਈ ਲੋਕਾਂ ਵਿੱਚ, ਬਾਕੀ ਵਾਲਾਂ 'ਚ ਨਹੀਂ ਖਰਾਬੀ ਹੁੰਦੀ। ਇਹ ਜਿਹੜੀ ਤੁਸੀਂ ਦੱਸੀ ਹੈ ਟ੍ਰਾਂਸਪਲਾਂਟ ਵਾਲੀ, ਇਹ ਕਿਹੜੀ ਟੈਕਨੀਕ ਹੁੰਦੀ ਹੈ? ਇਹਨੂੰ FUE ਟੈਕਨੀਕ, ਅਸੀਂ ਜਿਹੜਾ ਕਰਦੇ ਆ FUE ਟੈਕਨੀਕ ਨਾਲ ਕਰਦੇ ਆ। ਦੂਸਰੀ ਟੈਕਨੀਕ ਉਹ ਕਿਹੜੀ? ਉਹ ਫੋਲੀਕੂਲਰ ਟ੍ਰਾਂਸਪਲਾਂਟੇਸ਼ਨ ਹੁੰਦੀ ਹੈ। ਉਹਦੇ ਵਿੱਚ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਦੋਨਾਂ ਟੈਕਨੀਕ ਦੇ ਵਿੱਚ ਕੀ ਫਰਕ ਹੈ। ਤੇ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਸੀ ਪੇਨ ਹੁੰਦਾ ਹੈ ਜਾਂ ਇਸ ਤਰ੍ਹਾਂ ਹੁੰਦਾ, ਸੂਈਆਂ ਚੁੱਭਦੀਆਂ ਦਾ, ਉਹਦਾ ਕੀ ਪੇਸ਼ੈਂਟ ਡਰਦੇ ਆ ਕਿ ਇਸ ਤਰ੍ਹਾਂ ਨਾ ਹੋ ਜਾਏ। ਸੋ FUE ਟੈਕਨੀਕ ਕਿਵੇਂ ਹੁੰਦੀ ਹੈ ਕਿ ਅਸੀਂ ਪਹਿਲਾਂ ਵਾਲਾਂ ਨੂੰ ਮਸ਼ੀਨ ਲਗਾ ਲੈਂਦੇ, ਪਿੱਛੇ ਵਾਲੇ ਵਾਲਾਂ ਨੂੰ, ਫਿਰ ਉਹਦੇ ਵਿੱਚ ਉਸ ਏਰੀਆ ਨੂੰ ਸੁੰਨ ਕਰਦੇ ਹਾਂ। ਓਕੇ, ਹੁਣ ਦੇਖੋ ਸੁੰਨ ਕਰਨ ਲਈ ਸਾਨੂੰ ਥੋੜੇ ਇੰਜੈਕਸ਼ਨ ਤਾਂ ਲਗਾਉਣੇ ਪੈਂਦੇ ਆ। ਠੀਕ ਹੈ। ਲੇਕਿਨ ਇੰਜੈਕਸ਼ਨ ਜਿਹੜੇ ਹੁੰਦੇ ਆਮ ਇੰਜੈਕਸ਼ਨ ਜਿਹੜੇ ਹੁੰਦੇ ਆ, ਉਹ ਜਿਹੜੇ ਤੁਸੀਂ ਆਪਾਂ ਬਲੱਡ ਲੈਣ ਲਈ ਇੰਜੈਕਸ਼ਨ ਯੂਜ਼ ਕਰਦੇ ਆ, ਉਹ ਜਿਹੜੀ ਨੀਡਲ ਹੁੰਦੀ ਹੈ ਉਹ ਹੁੰਦੀ ਹੈ 18 ਗੇਜ, 20 ਗੇਜ, 22 ਗੇਜ। ਅੱਛਾ। ਲੇਕਿਨ ਜਿਹੜੀ ਅਸੀਂ ਸੁੰਨ ਕਰਨ ਲਈ ਨੀਡਲ ਯੂਜ਼ ਕਰਦੇ ਆ ਉਹ ਹੁੰਦੀ ਹੈ 30 ਗੇਜ, 31 ਗੇਜ, ਬਹੁਤ ਪਤਲੀ ਹੁੰਦੀ ਹੈ। ਬਹੁਤ ਪਤਲੀ ਹੁੰਦੀ ਹੈ। ਸੋ ਪੇਸ਼ੈਂਟ ਨੂੰ ਬਿਲਕੁਲ ਬਰੀਕ ਜਾਂ ਕੀੜੀ ਵਰਗਾ ਮਹਿਸੂਸ ਹੁੰਦਾ ਜਦੋਂ ਅਸੀਂ ਸੁੰਨ ਕਰਨ ਲਈ ਉਹ ਇੰਜੈਕਸ਼ਨ ਲਗਾਉਂਦੇ ਆ। ਠੀਕ ਹੈ ਜੀ। ਉਹ ਜਿਹੜਾ ਇੰਜੈਕਸ਼ਨ ਦਾ ਜਿਹੜਾ ਹੈਗਾ, ਇਹ ਸੁੰਨ ਕਰਨ ਦੀ ਪ੍ਰਕਿਰਿਆ ਹੈਗੀ ਹੈ, ਇਹ 5 ਮਿੰਟ ਦੀ ਪ੍ਰਕਿਰਿਆ, ਜਿਸ 'ਚ ਅਸੀਂ 5 ਮਿੰਟ ਦੇ ਵਿੱਚ ਇਸ ਏਰੀਆ ਨੂੰ ਸੁੰਨ ਕਰ ਲੈਂਦੇ ਹਾਂ। ਠੀਕ ਹੈ। ਉਹ ਪ੍ਰਕਿਰਿਆ ਦੇ ਵਿੱਚ ਪੇਸ਼ੈਂਟ ਥੋੜਾ ਜਿਹਾ ਕਦੇ ਮਹਿਸੂਸ ਕਰਦਾ ਕਿ ਸਰ ਮੈਨੂੰ ਥੋੜਾ ਪਤਾ ਚੱਲ ਰਿਹਾ ਥੋੜਾ ਬਹੁਤ, ਬਟ ਇਹ ਕੋਈ ਇਹ ਨਹੀਂ ਹੈਗਾ ਕਿ ਉਹਦੇ ਚੀਕਾਂ ਨਿਕਲਦੀਆਂ ਜਾਂ ਉਹ ਕਹੇਗਾ ਨਹੀਂ ਸਰ ਮੇਰਾ ਟ੍ਰਾਂਸਪਲਾਂਟ ਬੰਦ ਕਰ ਦਿਓ, ਮੈਂ ਤਾਂ ਨਹੀਂ ਕਰਾਉਣਾ। ਇੰਨਾ ਜ਼ਿਆਦਾ ਇਸ ਤਰ੍ਹਾਂ ਦਾ ਨਹੀਂ ਹੁੰਦਾ। ਅਸੀਂ ਪੇਨ ਨੂੰ ਘਟਾਉਣ ਲਈ ਕੀ ਕਰ ਰਹੇ ਹਾਂ? ਇੱਕ ਤਾਂ ਬਰੀਕ ਨੀਡਲ ਯੂਜ਼ ਕਰਦੇ ਹਾਂ। ਹਾਂਜੀ। ਸੈਕੰਡਲੀ ਅਸੀਂ ਇੱਕ ਵਾਈਬ੍ਰੇਟਰ ਯੂਜ਼ ਕਰਦੇ ਹਾਂ ਨਾਲ। ਹਾਂਜੀ। ਜਦੋਂ ਜਿੱਥੇ ਸੂਈ ਲੱਗਦੀ ਹੈ ਅਸੀਂ ਉੱਥੇ ਵਾਈਬ੍ਰੇਟਰ ਨਾਲ ਟੱਚ ਕਰਦੇ ਹਾਂ। ਇਹ ਇੱਕ ਥਿਉਰੀ ਹੈ ਗੇਟ ਕੰਟਰੋਲ ਥਿਉਰੀ। ਇਹਦੇ ਵਿੱਚ ਕੀ ਹੁੰਦਾ ਹੈ ਕਿ ਬ੍ਰੇਨ ਜਿਹੜਾ ਹੈਗਾ, ਬ੍ਰੇਨ ਦਾ ਇੱਕ ਪਾਥਵੇ ਹੁੰਦਾ ਹੈ, ਉਹਦੇ ਵਿੱਚ ਪੇਨ ਵੀ ਜਾਂਦਾ ਹੈ ਤੇ ਵਾਈਬ੍ਰੇਸ਼ਨ ਵੀ ਜਾਂਦੀ ਹੈ। ਤਾਂ ਬ੍ਰੇਨ ਜਿਹੜਾ ਕਨਫਿਊਜ਼ ਹੋ ਜਾਂਦਾ ਹੈ ਕਿ ਮੈਂ ਵਾਈਬ੍ਰੇਸ਼ਨ ਨੂੰ ਫੀਲ ਕਰਾਂ ਕਿ ਪੇਨ ਨੂੰ ਫੀਲ ਕਰਾਂ। ਓਕੇ। ਸੋ ਪੇਸ਼ੈਂਟ ਜਿਹੜਾ ਇਹਦੇ ਨਾਲ 50% ਜਿਹੜਾ ਹੈਗਾ ਪੇਨ ਘਟ ਜਾਂਦਾ ਜਦੋਂ ਅਸੀਂ ਵਾਈਬ੍ਰੇਸ਼ਨ ਨਾਲ ਕਰਦੇ ਹਾਂ। ਸੋ ਕੁਛ ਤਾਂ ਦਰਦ ਬਰੀਕ ਨੀਡਲ ਕਰਕੇ ਘਟ ਗਿਆ, ਕੁਛ ਦਰਦ ਜਿਹੜਾ ਵਾਈਬ੍ਰੇਸ਼ਨ ਕਰਕੇ ਘਟ ਗਿਆ, ਕੁਛ ਅਸੀਂ ਮਤਲਬ ਕਿ ਟੈਕਨੀਕ ਹੋ ਗਈ ਜਿਹੜੀ ਐਕਸਪੀਰੀਅੰਸ ਹੋ ਗਿਆ ਲਗਾਉਣ ਦਾ, ਟੈਕਨੀਕ ਹੋ ਗਈ। ਸੋ ਇਸ ਲਈ 90% ਲੋਕ ਤਾਂ ਬਿਲਕੁਲ ਮਹਿਸੂਸ ਨਹੀਂ ਕਰਦੇ ਜੋ ਸੁੰਨ ਕਰਦੇ ਆ। 10% ਲੋਕ ਜਿਹੜੇ ਹੈਗੇ ਉਹ ਕਹਿੰਦੇ ਸਰ ਮੈਨੂੰ ਥੋੜਾ ਪਤਾ ਲੱਗਿਆ ਸੀ ਜਦੋਂ ਸੁੰਨ ਕੀਤਾ ਸੀ। ਹੁਣ ਜਦੋਂ ਸੁੰਨ ਹੋ ਜਾਂਦਾ ਹੈ ਉਸ ਤੋਂ ਬਾਅਦ ਪੇਸ਼ੈਂਟ ਨੂੰ ਕੋਈ ਪੇਨ ਨਹੀਂ ਹੁੰਦਾ, 5 ਮਿੰਟ ਤੋਂ ਬਾਅਦ ਕੋਈ ਪੇਨ ਨਹੀਂ ਹੁੰਦਾ। ਜਦੋਂ ਅਸੀਂ ਵਾਲ ਕੱਢਦੇ ਹਾਂ ਉਦੋਂ ਕੱਢਦੇ ਹਾਂ ਤੇ ਉਦੋਂ ਦੂਸਰੀ ਜਗ੍ਹਾ ਲਗਾਉਂਦੇ ਹਾਂ, ਉਸ ਤੋਂ ਬਾਅਦ ਕੋਈ ਪੇਨ ਨਹੀਂ ਹੁੰਦਾ। ਜਦੋਂ ਸੁੰਨਪਨ ਉੱਤਰ ਜਾਂਦਾ ਹੈ ਉਸ ਤੋਂ ਬਾਅਦ ਵੀ ਕੋਈ ਪੇਨ ਨਹੀਂ ਹੁੰਦਾ। ਸੋ ਪੇਨ ਤੋਂ ਬਿਲਕੁਲ ਵੀ ਵਰੀ ਕਰਨ ਦੀ ਲੋੜ ਨਹੀਂ ਹੈ। ਅੱਛਾ, ਮਤਲਬ ਫਿਰ ਇਹ ਮਤਲਬ ਇਹ ਗੱਲ ਪ੍ਰਚਲਿਤ ਹੈ ਕਿ ਜੀ ਬਹੁਤ ਪੇਨ ਹੁੰਦਾ ਹੈ, ਮਤਲਬ ਟਾਈਮ ਕਿੰਨਾ ਕੁ ਲੱਗ ਜਾਂਦਾ ਹੈ ਟ੍ਰਾਂਸਪਲਾਂਟ ਨੂੰ? ਦੇਖੋ ਜਨਰਲੀ 6 ਆਵਰਸ 7 ਆਵਰਸ ਲੱਗ ਜਾਂਦੇ ਆ, 6-7 ਘੰਟੇ ਡਿਪੈਂਡਿੰਗ ਔਨ ਕਿੰਨੇ ਅਸੀਂ ਗ੍ਰਾਫਟ ਲਗਾ ਰਹੇ ਹਾਂ। ਜਿਵੇਂ 2000 ਗ੍ਰਾਫਟ ਲਗਾ ਰਹੇ ਹਾਂ ਤਾਂ ਸਾਨੂੰ 4 ਘੰਟੇ ਲੱਗਣਗੇ, 3000 ਗ੍ਰਾਫਟ ਲਗਾ ਰਹੇ ਹਾਂ 5 ਘੰਟੇ ਲੱਗਣਗੇ, 3500 4000 ਗ੍ਰਾਫਟ ਲਗਾ ਰਹੇ ਹਾਂ ਤਾਂ ਸਾਨੂੰ 6-7 ਘੰਟੇ ਲੱਗ ਜਾਂਦੇ ਆ। ਜਾਂ ਹੋਰ ਜ਼ਿਆਦਾ ਗ੍ਰਾਫਟ ਲੱਗਣੇ ਆ, ਜਿਵੇਂ ਅਸੀਂ ਦਾੜੀ ਚੋਂ ਕੱਢਣੇ ਆ ਜਾਂ ਚੈਸਟ ਚੋਂ ਕੱਢਣੇ ਆ, ਫਿਰ ਅਸੀਂ 2 ਦਿਨ 'ਚ ਡਿਵਾਈਡ ਕਰ ਲੈਂਦੇ ਹਾਂ। ਓਕੇ। ਅਸੀਂ ਇਹ ਨਹੀਂ ਹੈਗਾ ਕਿ ਪੇਸ਼ੈਂਟ ਨੂੰ 10 ਘੰਟੇ ਲਟਾਈ ਰੱਖਾਂਗੇ, ਉਹਦੇ ਨਾਲ ਪੇਸ਼ੈਂਟ ਨੂੰ ਰਿਜ਼ਲਟ ਘੱਟ ਜਾਂਦਾ ਹੈ ਕਿਉਂਕਿ ਬਾਲ ਜਿਹੜੇ ਬਾਹਰ ਪਏ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ। ਅਸੀਂ 6-7 ਘੰਟੇ ਦੇ ਅੰਦਰ ਟ੍ਰਾਂਸਪਲਾਂਟ ਨੂੰ ਖਤਮ ਕਰਨਾ ਹੁੰਦਾ ਹੈ। ਇਸ ਤੋਂ ਜ਼ਿਆਦਾ ਅਗਰ ਟਾਈਮ ਲਵਾਂਗੇ ਤਾਂ ਬਾਲਾਂ ਨੂੰ ਦੀ ਗਰੋਥ ਘੱਟ ਜਾਏਗੀ। ਓਕੇ। ਕਈ ਪੇਸ਼ੈਂਟ ਮੈਨੂੰ ਕਹਿਣਗੇ ਸਰ ਜਿੰਨਾ ਮਰਜ਼ੀ ਟਾਈਮ ਲਗਾ ਦਿਓ ਮੇਰਾ ਰਿਜ਼ਲਟ ਵਧੀਆ ਆਉਣਾ ਚਾਹੀਦਾ। ਇਹ ਸੱਚਾਈ ਨਹੀਂ ਹੈਗੀ, ਬਲਕਿ ਜਿੰਨਾ ਘੱਟ ਟਾਈਮ ਲਾਵਾਂਗੇ ਉਨਾ ਹੀ ਅੱਛਾ ਰਿਜ਼ਲਟ ਆਏਗਾ। ਸੋ ਅਸੀਂ ਅਗਰ ਦਾੜੀ ਜਾਂ ਚੈਸਟ ਚੋਂ ਕੱਢਣੇ ਆ ਤਾਂ ਅਸੀਂ ਉਸ ਦਿਨ ਨਹੀਂ ਕਰਾਂਗੇ, ਅਸੀਂ 2 ਦਿਨ 'ਚ ਡਿਵਾਈਡ ਕਰ ਲਾਂਗੇ। 6 ਘੰਟੇ ਅਸੀਂ ਪਹਿਲੇ ਦਿਨ ਲਗਾਵਾਂਗੇ ਪਿੱਛੋਂ ਕੱਢਣ 'ਚ, ਫਿਰ ਅਗਲੇ ਦਿਨ ਅਸੀਂ ਦਾੜੀ ਜਾਂ ਚੈਸਟ ਚੋਂ ਕੱਢਾਂਗੇ, ਅਗਲੇ ਦਿਨ 4-5 ਘੰਟੇ ਫਿਰ ਲਗਾਵਾਂਗੇ। ਸੋ ਇਹ ਪੇਸ਼ੈਂਟ ਲਈ ਸੇਫ ਵੀ ਹੈ ਤੇ ਬਾਲਾਂ ਦੀ ਗਰੋਥ ਵੀ ਅੱਛੀ ਹੁੰਦੀ ਹੈ। ਕਿ ਡਾਕਟਰ ਸਾਹਿਬ ਕੋਈ ਇਹੋ ਜਿਹੇ ਪੇਸ਼ੈਂਟ ਵੀ ਤੁਹਾਡੇ ਕੋਲ ਆਉਂਦੇ ਹੋਣਗੇ
ਕੀ ਤੁਸੀਂ ਮਨਾ ਕਰਦੇ ਹੋ ਉਹਨੂੰ ਕਿ ਤੁਹਾਡਾ ਨਹੀਂ ਹੋ ਸਕਦਾ, ਟ੍ਰੀਟਮੈਂਟ ਨਹੀਂ ਹੋ ਸਕਦਾ? ਉਹਦੀ ਕੋਈ ਖਾਸ ਵਜ੍ਹਾ ਹੁੰਦੀ ਹੈ, ਕੋਈ ਇਸ ਤਰ੍ਹਾਂ ਹੁੰਦਾ? ਬਹੁਤ ਵਧੀਆ ਕੁਐਸਚਨ ਪੁੱਛਿਆ ਤੁਸੀਂ। ਦੇਖੋ, ਟਰਾਂਸਪਲਾਂਟ ਜਿਹੜਾ ਹੈ ਕੋਈ ਮੈਜਿਕ ਨਹੀਂ ਹੈ ਕਿ ਮੈਂ ਤੁਹਾਡੇ ਹੱਥ ਲਾਇਆ ਕਿ ਬਾਲ ਉੱਗ ਗਏ। ਟਰਾਂਸਪਲਾਂਟ ਦੇ ਵਿੱਚ ਦੇਖੋ ਪੇਸ਼ੈਂਟ ਦੇ ਹੀ ਬਾਲ ਲੈਣੇ ਆ। ਹਾਂਜੀ, ਮੇਰੇ ਇਹਦੇ ਵਿੱਚ ਕੋਈ ਅਸੀਂ ਕਿਸੇ ਹੋਰ ਦੇ ਬਾਲ ਨਹੀਂ ਲਗਾ ਸਕਦੇ, ਬਿਲਕੁਲ ਬਿਲਕੁਲ। ਨਾ ਹੀ ਅਸੀਂ ਮੇਰੇ ਕੋਲ ਨਕਲੀ ਬਾਲ ਲਗਾ ਸਕਦੇ ਹਾਂ। ਪੇਸ਼ੈਂਟ ਦੇ ਖੁਦ ਦੇ ਹੀ ਬਾਲ ਚੱਲਣਗੇ, ਅਸੀਂ ਇੱਧਰੋਂ ਕੱਢਾਂਗੇ ਉੱਥੇ ਲਗਾਵਾਂਗੇ, ਇੱਥੋਂ ਕੱਢਾਂਗੇ ਉੱਥੇ ਲਗਾਵਾਂਗੇ, ਤਾਂ ਉਹਦੇ ਖੁਦ ਦੇ ਬਾਲ ਹੀ ਉਹਦੇ ਬਾਡੀ ਦੇ ਵਿੱਚ ਚੱਲਣਗੇ। ਸੋ ਅਗਰ ਬਾਲ ਦੇਖੋ, ਰਿਜ਼ਲਟ ਤਾਂ ਫਿਰ ਉਹਨਾਂ ਬਾਲਾਂ ਨੇ ਹੀ ਦੇਣਾ ਨਾ, ਉਹਨਾਂ ਦੀ ਕੁਆਂਟੀਟੀ ਤੇ ਰਿਜ਼ਲਟ ਡਿਪੈਂਡ ਕਰਦਾ ਹੈ ਅਸੀਂ ਕਿੰਨੇ ਬਾਲ ਕੱਢ ਕੇ ਲਗਾਏ, ਠੀਕ ਹੈ ਜੀ। ਉਹਦੀ ਕੁਆਲਿਟੀ ਕਿਹੋ ਜਿਹੀ ਹੈ, ਬਾਲ ਮੋਟੇ ਹੈ ਜਾਂ ਪਤਲੇ ਹੈ, ਇੱਕ ਗ੍ਰਾਫਟ ਦੇ ਵਿੱਚ ਕਿੰਨੇ ਬਾਲ ਹੈ, ਇੱਕ ਗ੍ਰਾਫਟ 'ਚ ਇੱਕ ਬਾਲ ਹੈ ਜਾਂ 3 ਬਾਲ ਹੈ ਜਾਂ 4 ਬਾਲ ਹੈ। ਇੱਕ ਗ੍ਰਾਫਟ 'ਚ ਜਿੰਨੇ ਜ਼ਿਆਦਾ ਬਾਲ ਹੋਣਗੇ, ਜਿੰਨੀ ਉਹਨਾਂ ਦੀ ਥਿਕਨੈਸ ਹੋਏਗੀ, ਉਨਾ ਹੀ ਅੱਛਾ ਰਿਜ਼ਲਟ ਆਏਗਾ। ਓਕੇ। ਸੋ ਇਕੱਲਾ ਡਾਕਟਰ ਦੇ ਕਰਨ ਨਾਲ ਡਿਪੈਂਡ ਨਹੀਂ ਕਰਦਾ ਕਿ ਕਿੰਨਾ ਐਕਸਪੀਰੀਅੰਸ ਹੈ, ਪੇਸ਼ੈਂਟ ਦੇ ਖੁਦ ਦੇ ਬਾਲਾਂ ਦੀ ਕੁਆਲਿਟੀ ਤੇ ਕੁਆਂਟੀਟੀ ਤੇ ਵੀ ਡਿਪੈਂਡ ਕਰਦਾ ਹੈ ਕਿ ਕਿੰਨਾ ਅੱਛਾ ਰਿਜ਼ਲਟ ਆਏਗਾ। ਠੀਕ ਸੋ ਕਈ ਪੇਸ਼ੈਂਟ ਕੀ ਹੁੰਦੇ ਆ ਜਿਨ੍ਹਾਂ ਦਾ ਏਰੀਆ ਬਹੁਤ ਜ਼ਿਆਦਾ ਖਾਲੀ ਹੁੰਦਾ ਹੈ, ਇੱਥੋਂ ਤੋਂ ਲੈ ਕੇ ਇੱਥੇ ਤੱਕ ਖਾਲੀ ਹੁੰਦਾ ਹੈ, ਹਾਂਜੀ ਹਾਂਜੀ, ਤੇ ਪਿੱਛੇ ਜਿਹੜੇ ਬਾਲ ਹੈਗੇ ਬਿਲਕੁਲ ਹੀ ਥੋੜੇ। ਥੋੜੇ ਹੁੰਦੇ ਆ ਕਿ ਲੋੜ ਤਾਂ ਹੈਗੀ ਹੈ 7000 8000 ਬਾਲਾਂ ਦੀ, ਤੇ ਪਿੱਛੋਂ ਅਸੀਂ ਕੱਢ ਸਕਦੇ ਬਿਲਕੁਲ 1500 2000, ਠੀਕ ਹੈ ਜੀ। ਤੇ ਉਹ ਵੀ ਪਤਲੇ ਪਤਲੇ, ਬਿਲਕੁਲ ਇੱਕ ਗ੍ਰਾਫਟ 'ਚ ਇੱਕ ਬਾਲ ਹੀ ਹੈ। ਜਨਰਲੀ 2-3 ਹੁੰਦੇ ਆ ਇੱਕ ਗ੍ਰਾਫਟ ਦੇ ਵਿੱਚ, ਤੇ ਕਈ ਪੇਸ਼ੈਂਟ ਦੇ ਵਿੱਚ ਇੱਕ ਬਾਲ ਹੀ ਹੁੰਦਾ, ਇੱਕ ਗ੍ਰਾਫਟ 'ਚ ਇੱਕ ਬਾਲ ਹੁੰਦਾ। ਹੁਣ ਅਗਰ ਮੈਂ 2000 ਬਾਲ ਅਗਰ ਮੈਂ ਲਗਾ ਦੂੰਗਾ ਜਿੱਥੇ 7-8000 ਗ੍ਰਾਫਟ ਦੀ ਲੋੜ ਹੈ, ਤਾਂ ਉਹਦਾ ਰਿਜ਼ਲਟ ਕਿਵੇਂ ਆਏਗਾ? ਉਹਨਾਂ ਵਧੀਆ ਨਹੀਂ। ਠੀਕ ਹੈ, ਤੇ ਉਹ ਫਿਰ ਪੇਸ਼ੈਂਟ ਨੂੰ ਅਸੀਂ ਫਿਰ ਮਨਾ ਕਰਦੇ ਹਾਂ ਕਿ ਨਾ ਕਰਵਾਓ ਤੁਸੀਂ ਟਰਾਂਸਪਲਾਂਟ। ਅਗਰ ਤੁਸੀਂ ਕਰਾਓਗੇ ਤਾਂ ਤੁਹਾਡੇ ਪੈਸੇ ਵੀ ਦੇਖੋ ਵੇਸਟ ਹੋਣਗੇ, ਹਾਂਜੀ, ਤੁਸੀਂ ਇਹਨਾਂ ਪ੍ਰੋਸੈਸ ਦੇ ਵਿੱਚੋਂ ਵੀ ਨਿਕਲੋਗੇ, ਫਿਰ ਬਾਅਦ ਦੇ ਵਿੱਚ 6-7 ਮਹੀਨੇ ਬਾਅਦ ਤੁਸੀਂ ਕਹੋਗੇ ਕਿ ਮੇਰਾ ਰਿਜ਼ਲਟ ਨਹੀਂ ਆਇਆ। ਇਸ ਪ੍ਰੋਬਲਮ ਤੁਸੀਂ ਟੈਨਸ਼ਨ 'ਚ ਆਓਗੇ ਕਿ ਮੇਰਾ ਰਿਜ਼ਲਟ ਨਹੀਂ ਆਇਆ, ਤੁਹਾਨੂੰ ਇਹ ਵੀ ਲੱਗੇਗਾ ਕਿ ਅਸੀਂ ਕੰਮ ਨਹੀਂ ਠੀਕ ਕੀਤਾ। ਹਾਂ ਹੁੰਦਾ ਹੁੰਦਾ। ਤਾਂ ਡਾਕਟਰ ਪੇਸ਼ੈਂਟ ਨੂੰ ਐਂ ਲੱਗਦਾ ਵੀ ਡਾਕਟਰ ਨੇ ਕੰਮ ਨਹੀਂ ਠੀਕ ਕੀਤਾ। ਇਹ ਬੜੀ ਵੱਡੀ ਪ੍ਰੋਬਲਮ ਹੈਗੀ, ਜਦੋਂ ਰਿਜ਼ਲਟ ਨਹੀਂ ਆਉਂਦਾ ਨਾ, ਪੇਸ਼ੈਂਟ ਨੂੰ ਐਂ ਲੱਗਦਾ ਡਾਕਟਰ ਨੇ ਕੰਮ ਨਹੀਂ ਠੀਕ ਕੀਤਾ। ਹਾਂ ਹੁੰਦਾ। ਸੋ ਅਸੀਂ ਪਹਿਲਾਂ ਸਮਝਾਉਂਦੇ ਹਾਂ ਪੇਸ਼ੈਂਟ ਨੂੰ, ਜਿਹੜੇ ਪੇਸ਼ੈਂਟ ਦਾ ਅੱਛਾ ਰਿਜ਼ਲਟ ਆ ਸਕਦਾ ਅਸੀਂ ਉਹਨਾਂ ਨੂੰ ਕਹਿੰਦੇ ਤੁਹਾਡਾ ਅੱਛਾ ਰਿਜ਼ਲਟ ਆਏਗਾ। ਜਿਹੜੇ ਪੇਸ਼ੈਂਟ ਦਾ ਸਾਨੂੰ ਲੱਗਦਾ ਘੱਟ ਰਿਜ਼ਲਟ ਆਏਗਾ ਉਹਨਾਂ ਨੂੰ ਕਹਿੰਦੇ ਤੁਹਾਡਾ ਘੱਟ ਰਿਜ਼ਲਟ ਆਏਗਾ। ਜਿਨ੍ਹਾਂ ਦਾ ਸਾਨੂੰ ਲੱਗਦਾ ਰਿਜ਼ਲਟ ਨਹੀਂ ਆਏਗਾ ਤਾਂ ਸਾਨੂੰ ਉਹਨਾਂ ਨੂੰ ਮਨਾ ਕਰਨਾ ਪੈਂਦਾ। ਓਕੇ। ਇਹ ਡਾਕਟਰ ਸਾਹਿਬ ਇਹਦੇ ਕੋਈ ਸਾਈਡ ਇਫੈਕਟ ਵੀ ਹੁੰਦੇ ਆ? ਮਤਲਬ ਕਈ ਜਗ੍ਹਾ ਇਹ ਸੁਣਿਆ ਜੀ ਇਹਦੇ ਨਾਲ ਤਾਂ ਜੀ ਕੈਂਸਰ ਵੀ ਹੋ ਜਾਂਦਾ, ਇਹਦੇ ਨਾਲ ਤਾਂ ਕਈ ਬਿਮਾਰੀਆਂ ਲੱਗ ਜਾਣਗੀਆਂ ਜੀ, ਤੁਹਾਡੀ ਸਕਿਨ ਪ੍ਰੋਬਲਮ ਆ ਜਾਏਗੀ, ਜਾਂ ਮਤਲਬ ਸੋਜਿਸ਼ ਆ ਜਾਏਗੀ, ਜੇ ਉਹ ਕਈ ਚੀਜ਼ਾਂ ਮਤਲਬ ਸੁਣਨ ਨੂੰ ਮਿਲਦੀਆਂ। ਹਾਂਜੀ, ਉਹ ਕੀ ਹੈ, ਕੋਈ ਇਹੋ ਜਿਹਾ ਸਾਈਡ ਇਫੈਕਟ ਹੁੰਦਾ? ਪੇਸ਼ੈਂਟ ਦੇਖੋ ਮੇਰੇ ਕੋਲ, ਮੈਂ ਤੁਹਾਨੂੰ 3-4 ਬੜੇ ਯੂਜ਼ੂਅਲ ਜਿਹੇ ਕੁਐਸਚਨ ਮੈਨੂੰ ਪੁੱਛਦੇ ਆ ਕਿ ਸਰ ਮੈਂ ਸੁਣਿਆ ਕਿ ਇਹਦੇ ਨਾਲ ਕੈਂਸਰ ਹੋ ਜਾਂਦਾ ਹੈ, ਹਾਂਜੀ ਮੈਂ ਸੁਣਿਆ ਕਿ ਇਹਦੇ ਨਾਲ ਸਿਰ ਤੇ ਬਹੁਤ ਜ਼ਿਆਦਾ ਸਵੈਲਿੰਗ ਆ ਜਾਂਦੀ ਹੈ, ਹਾਂਜੀ, ਮੈਂ ਸੁਣਿਆ ਇਹਦੇ ਨਾਲ ਬਹੁਤ ਪੇਨ ਹੁੰਦਾ ਹੈ, ਮੈਂ ਸੁਣਿਆ ਕਿ ਇਹਦੇ ਨਾਲ ਬਾਅਦ ਦੇ ਵਿੱਚ ਸਿਰ ਦੁਖਦਾ ਰਹਿੰਦਾ ਹੈ। ਇਹ 4-5 ਕੁਐਸਚਨ ਬੜੇ ਜਨਰਲ ਜਿਹੇ ਹੈਗੇ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪਹਿਲੀ ਗੱਲ ਤਾਂ ਕੈਂਸਰ, ਕਿਉਂਕਿ ਬਾਲ ਤੁਹਾਡੇ ਕੱਢ ਕੇ ਤੁਹਾਡੇ ਲਗਾ ਰਹੇ ਹਾਂ, ਬਿਲਕੁਲ ਸੁਪਰਫਿਸ਼ਲੀ ਅਸੀਂ ਕੱਢਣੇ ਆ, ਬਿਲਕੁਲ ਬਰੀਕ ਜੀ ਉੱਪਰੋਂ ਕੱਢਣੇ ਆ, ਉੱਪਰ ਹੀ ਲਗਾ ਦਿੰਦੇ ਆ, ਤਾਂ ਇਹਦਾ ਤੁਹਾਡਾ ਬਾਡੀ ਦੇ ਨਾਲ ਕੋਈ ਲਿੰਕ ਨਹੀਂ ਹੈਗਾ। ਕੋਈ ਮੈਂ ਬਾਹਰਲਾ ਬਾਲ ਕੱਢ ਕੇ ਤੁਹਾਡੇ ਅੰਦਰ ਨਹੀਂ ਲਗਾ ਰਿਹਾ ਕਿ ਉਹਦੇ ਨਾਲ ਤੁਹਾਨੂੰ ਇਨਫੈਕਸ਼ਨ ਹੋ ਜਾਏਗਾ ਜਾਂ ਰਿਐਕਸ਼ਨ ਹੋ ਜਾਏਗਾ ਜਿਹਦੇ ਕਰਕੇ ਕੁਝ ਇਸ ਤਰ੍ਹਾਂ ਦਾ ਹੋ ਜਾਏਗਾ ਬਾਡੀ ਨਾਲ। ਸੋ ਦੇयर इज़ ਨਥਿੰਗ, ਜ਼ੀਰੋ, ਮਤਲਬ ਕਿ ਕੈਂਸਰ ਬਾਰੇ ਤਾਂ ਤੁਸੀਂ ਸੋਚੋ ਵੀ ਨਾ, ਮੇਰਾ ਕਹਿਣ ਦਾ ਮਤਲਬ ਠੀਕ ਹੈ, ਕੋਈ ਲੈਣਾ ਦੇਣਾ ਨਹੀਂ ਇਹਦੇ ਨਾਲ। ਠੀਕ ਹੈ, ਠੀਕ। ਸੈਕੰਡਲੀ ਆ ਗਿਆ ਸਵੈਲਿੰਗ। ਇੱਕ ਬੜਾ ਕੁਐਸਚਨ ਪੁੱਛਦੇ ਕਿ ਬਾਅਦ ਸਰ ਸਵੈਲਿੰਗ ਆ ਜਾਂਦੀ ਹੈ। ਹੁਣ ਸਵੈਲਿੰਗ ਦਾ ਕੀ ਹੈ ਕਿ ਜਦੋਂ ਅਸੀਂ ਟਰਾਂਸਪਲਾਂਟ ਕਰਦੇ ਹਾਂ ਸਾਨੂੰ ਸੁੰਨ ਕਰਨ ਦੀ ਲੋੜ ਪੈਂਦੀ ਹੈ, ਤੁਹਾਨੂੰ ਮੈਂ ਦੱਸਿਆ ਹੀ ਸੁੰਨ ਕਰਦੇ ਹਾਂ। ਤਾਂ ਸੁੰਨ ਜਿਹੜਾ ਕਰਦੇ ਹਾਂ ਅਸੀਂ, ਉਹਨੂੰ ਅਸੀਂ ਨਾਰਮਲ ਸੇਲਾਈਨ ਦੇ ਨਾਲ ਡਿਲਿਊਟ ਕਰ ਲੈਂਦੇ ਹਾਂ। ਠੀਕ ਹੈ, ਜੇ ਅਸੀਂ 10 ml ਸੁੰਨ ਕਰਨ ਵਾਲਾ ਟੀਕਾ ਯੂਜ਼ ਕਰ ਰਹੇ ਹਾਂ ਤਾਂ ਉਹਦੇ ਵਿੱਚ 90 ml ਅਸੀਂ ਨਾਰਮਲ ਸੇਲਾਈਨ ਐਡ ਕਰਦੇ ਹਾਂ, ਠੀਕ ਹੈ, ਉਹਨੂੰ ਡਿਲਿਊਟ ਕਰਦੇ ਹਾਂ, ਕਿਉਂਕਿ ਅਸੀਂ ਘੱਟ ਤੋਂ ਘੱਟ ਦਵਾਈ ਯੂਜ਼ ਕਰਨਾ ਚਾਹੁੰਦੇ ਹਾਂ, ਠੀਕ ਹੈ, ਇਸ ਲਈ ਅਸੀਂ ਉਹਨੂੰ ਡਿਲਿਊਟ ਕਰਕੇ ਲਗਾਉਂਦੇ ਹਾਂ। ਤਾਂ ਜਿਹੜਾ ਹੁਣ ਦੇਖੋ 100 ml ਅਸੀਂ ਇੱਥੇ ਲਗਾਤਾ, ਹਾਂਜੀ, ਉਹ ਤੁਹਾਡੀ ਹੁਣ ਸਕਿਨ ਦੇ ਵਿੱਚ ਪਿਆ, ਠੀਕ ਹੈ, ਠੀਕ, ਉਹ ਹੁਣ ਹੌਲੀ ਹੌਲੀ ਤੁਹਾਡਾ ਡਰੇਨ ਕਰਦਾ ਹੈ ਸਕਿਨ ਦੇ ਵਿੱਚ, ਹਾਂਜੀ, ਉਹ ਮੱਥੇ ਤੇ ਆ ਜਾਂਦਾ ਹੈ, ਸਕਿਨ ਦੇ ਅੰਦਰ ਅੰਦਰ, ਸਕਿਨ ਦੇ ਅੰਦਰ ਹੀ ਰਹਿੰਦਾ ਉਹ, ਠੀਕ, ਤਾਂ ਉਹਦੇ ਕਰਕੇ ਸਵੈਲਿੰਗ ਆ ਜਾਂਦੀ ਹੈ। ਠੀਕ, ਠੀਕ, ਤਾਂ ਪੇਸ਼ੈਂਟ ਨੂੰ ਲੱਗਦਾ ਕਿ ਮੇਰੇ ਯਾਰ ਵੀ ਇਹ ਬ੍ਰੇਨ ਦੇ ਵਿੱਚ ਸਵੈਲਿੰਗ ਆ ਗਈ, ਓਕੇ, ਜਾਂ ਕਿਸੇ ਨੂੰ ਦੇਖ ਕੇ ਲੱਗਦਾ ਵੀ ਮੈਂ ਟਰਾਂਸਪਲਾਂਟ ਦੇਖਿਆ ਸੀ ਸਰ, ਉਹਦਾ ਸਿਰ ਫੁੱਲਿਆ ਹੋਇਆ ਸੀ, ਐਂ ਲੱਗਿਆ ਵੀ ਪਤਾ ਨਹੀਂ ਕੀ ਹੋ ਗਿਆ। ਉਹਨਾਂ ਨੂੰ ਲੱਗਦਾ ਯਾਰ ਕੋਈ ਰਿਐਕਸ਼ਨ ਹੋ ਗਿਆ, ਕੋਈ ਬ੍ਰੇਨ ਫੁੱਲ ਗਿਆ ਜਾਂ ਕੋਈ ਦਿਮਾਗ ਦੇ ਵਿੱਚ ਪ੍ਰੋਬਲਮ ਆ ਗਈ। ਇਹ ਜਸਟ ਸਕਿਨ ਦੇ ਵਿੱਚ ਹੈ, ਪਾਣੀ ਹੈ, ਓਕੇ, ਜਸਟ ਸਕਿਨ ਦੇ ਵਿੱਚ ਹੈ। ਇਹ ਜਿਹੜਾ 2-3 ਦਿਨ ਬਾਅਦ ਆ ਜਾਂਦੀ ਹੈ ਸਵੈਲਿੰਗ, ਤੇ ਇਹਨੂੰ 2-3 ਦਿਨ ਦੇ ਵਿੱਚ ਆਪਣੇ ਆਪ ਚਲੀ ਜਾਂਦੀ ਹੈ। ਓਕੇ, ਹੁਣ ਅਸੀਂ ਮੇਰੇ ਕੇਸਿਸ ਦੇ ਵਿੱਚ ਮੈਂ ਤਾਂ ਦੇਖਿਆ 90% ਕੇਸਿਸ ਦੇ ਵਿੱਚ ਸਵੈਲਿੰਗ ਨਹੀਂ ਆਉਂਦੀ। ਉਹਦਾ ਰੀਜ਼ਨ ਕੀ ਹੈ? ਇੱਕ ਤਾਂ ਅਸੀਂ ਸਵੈਲਿੰਗ ਜਿਹੜਾ ਡਿਲਿਊਟ ਹੈ ਜਿਹੜਾ ਬਹੁਤ ਘੱਟ ਕਰਦੇ ਹਾਂ, ਵੀ 10 ml ਅਗਰ ਨਾਰਮਲ ਸਲਾਈਨ ਯੂਜ਼ ਕਰਦੇ ਹਾਂ ਐਨਸਥੀਸੀਆ, ਤਾਂ ਸਾਨੂੰ ਬਹੁਤ ਘੱਟ ਮਾਤਰਾ 'ਚ ਉਹਨੂੰ ਡਿਲਿਊਟ ਕਰਦੇ, ਸਾਨੂੰ ਇੰਨਾ ਐਕਸਪੀਰੀਅੰਸ ਹੋ ਗਿਆ, ਸਾਨੂੰ ਬਹੁਤ ਜ਼ਿਆਦਾ ਉਹਨੂੰ ਡਿਲਿਊਟ ਕਰਨ ਦੀ ਲੋੜ ਨਹੀਂ ਪੈਂਦੀ। ਓਕੇ, ਸੈਕੰਡਲੀ ਅਸੀਂ ਉਹਨੂੰ
ਪੇਸ਼ੈਂਟ ਨੂੰ ਕੁਝ ਇਨਸਟਰਕਸ਼ਨ ਦਿੰਦੇ ਆ ਕਿ ਉਹ ਬਾਅਦ ਵਿੱਚ ਝੁੱਕ ਕੇ ਕੰਮ ਨਾ ਕਰੇ, ਓਕੇ ਠੀਕ ਹੈ। ਉਹ ਥੋੜਾ ਜਿਹਾ ਮਸਾਜ ਕਰਦਾ ਰਹੇ ਇਸ ਤਰ੍ਹਾਂ, ਠੀਕ ਹੈ। ਕੁਝ ਅਸੀਂ ਮੈਡੀਸਿਨ ਦਿੰਦੇ ਆ ਜਿਹਦੇ ਨਾਲ ਸਵੈਲਿੰਗ ਨਹੀਂ ਆਉਂਦੀ। ਨਹੀਂ, ਜਿਹੜਾ ਤੁਸੀਂ ਕਹਿੰਦੇ ਹੋ ਕਿ ਝੁੱਕ ਕੇ ਕੰਮ ਨਾ ਕਰੇ, ਉਹ ਉਹ ਦੇਖੋ ਸਦਾ ਵਾਸਤੇ? ਨਹੀਂ 3-4 ਦਿਨ। ਅੱਛਾ, ਹਾਂ, ਕਿਉਂਕਿ ਦੇਖੋ ਸਿਰ ਦੇ ਵਿੱਚ ਪਾਣੀ ਇੱਥੇ ਪਿਆ ਨਾ, ਬ੍ਰੇਨ ਦੇ ਇੱਥੇ ਪਿਆ, 3-4 ਦਿਨ ਉਹਨੇ ਥੋੜਾ ਜਿਹਾ ਧਿਆਨ ਰੱਖਣਾ। ਜੇ ਆਪਾਂ ਝੁਕਾਂਗੇ ਤਾਂ ਪਾਣੀ ਜਿਹੜਾ ਇੱਥੇ ਆ ਜਾਊਗਾ। ਓਕੇ, ਜੇ ਆਪਾਂ ਹੀ ਰਵਾਂਗੇ ਤਾਂ ਪਾਣੀ ਆਪਣੇ ਆਪ ਹੀ ਡਰੇਨ ਆਪਣੇ ਬੋਡੀ ਆਪਣੇ ਆਪ ਅਬਜ਼ੌਰਬ ਕਰ ਲੇਗੀ ਉਹਨੂੰ। ਓਕੇ। ਸੋ ਇਸ ਲਈ ਸਵੈਲਿੰਗ ਆਉਣ ਦੇ ਚਾਂਸ ਘਟ ਜਾਂਦੇ ਜੇ ਬੰਦਾ ਝੁੱਕ ਕੇ ਕੰਮ ਨਾ ਕਰੇ। ਅੱਛਾ, ਜੇ ਝੁਕਦਾ ਤਾਂ ਉੱਥੇ ਸਵੈਲਿੰਗ ਆ ਜਾਂਦੀ ਹੈ, ਸਵੈਲਿੰਗ ਆ ਸਕਦੀ ਹੈ ਮੱਥੇ ਤੇ ਜਾਂ ਫੇਸ ਤੇ ਵੀ ਆ ਜਾਂਦੀ ਹੈ। ਹਾਂਜੀ ਤਾਂ ਉਹ 2-3 ਦਿਨਾਂ ਬਾਅਦ ਆਪਣੇ ਆਪ 2-3 ਦਿਨ ਆਪਣੇ ਆਪ ਚਲੀ ਜਾਂਦੀ ਹੈ। ਠੀਕ। ਉਸ ਤੋਂ ਬਾਅਦ ਪੇਨ ਵਾਲੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਪੇਨ ਦਾ ਸਾਰਾ ਤੁਹਾਨੂੰ ਕਿਵੇਂ ਹੁੰਦਾ ਹੈ। ਤੇ ਬਾਕੀ ਕੋਈ ਹੋਰ ਸਾਈਡ ਇਫੈਕਟ ਜਿਵੇਂ ਕੋਈ ਬ੍ਰੇਨ ਦਾ ਤਾਂ ਕੋਈ ਮਾਮਲਾ ਹੀ ਹੈ ਨਹੀਂ ਇਹਦੇ ਵਿੱਚ। ਸਿਰਫ ਅਸੀਂ ਕੰਮ ਜਿਹੜਾ ਕਰਨਾ ਸਕਿਨ ਦੇ ਵਿੱਚ ਕਰਨਾ ਹੈ। ਜਿਹੜਾ ਸਕਿਨ ਹੈ ਬਿਲਕੁਲ ਸੁਪਰਫੀਸ਼ੀਅਲ ਹੈ, ਇੱਥੇ ਕੋਈ ਨਾੜੀ ਨਹੀਂ ਹੁੰਦੀ। ਹਾਂਜੀ, ਇੱਥੇ ਕੋਈ ਨਸ ਨਹੀਂ ਹੁੰਦੀ, ਕੋਈ ਨਾੜੀ ਨਹੀਂ ਹੁੰਦੀ, ਕੋਈ ਬਲੱਡ ਦੀ ਨਸ ਨਹੀਂ ਹੁੰਦੀ। ਤਾਂ ਇਸ ਲਈ ਪੂਰਾ ਸੇਫ ਏਰੀਆ ਹੈ। ਇੱਥੋਂ ਦੀ ਸਕਿਨ ਦੇ ਵਿੱਚ ਕੋਈ ਮੇਜਰ ਨਰਵ ਨਹੀਂ ਹੁੰਦੀ, ਮੇਜਰ ਆਰਟਰੀ ਨਹੀਂ ਹੁੰਦੀ। ਹਾਂਜੀ, ਹਾਂਜੀ। ਤਾਂ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ, ਕੋਈ ਤੁਹਾਨੂੰ ਸਾਈਡ ਇਫੈਕਟ ਜਾਂ ਕੁਝ ਨਹੀਂ ਹੈ। ਆਪਾਂ ਜਿਹੜਾ ਕੰਮ ਕਰਨਾ ਸਕਿਨ ਦੇ ਵਿੱਚ ਕਰਨਾ ਹੈ। ਜਿਹੜਾ ਬ੍ਰੇਨ ਹੈਗਾ, ਪਹਿਲਾਂ ਤਾਂ ਸਕਿਨ ਹੈ, ਉਸ ਤੋਂ ਬਾਅਦ ਹੱਡੀ ਹੈ, ਉਸ ਤੋਂ ਬਾਅਦ ਬ੍ਰੇਨ ਹੈ। ਤਾਂ ਆਪਾਂ ਬ੍ਰੇਨ ਤੱਕ ਤਾਂ ਜਾ ਹੀ ਨਹੀਂ ਸਕਦੇ। ਓਕੇ, ਬ੍ਰੇਨ ਤੱਕ ਜਾਣ ਲਈ ਤਾਂ ਮੈਨੂੰ ਥੌੜੀ ਯੂਜ਼ ਕਰਨੀ ਪਏਗੀ। ਓਕੇ। ਜੇ ਮੈਂ ਨੀਡਲ ਮਾਰੂੰਗਾ ਤਾਂ ਥੌੜੀ ਮਾਰੂੰਗਾ, ਫਿਰ ਉਹ ਬ੍ਰੇਨ ਤੱਕ ਪਹੁੰਚੇਗੀ। ਅਸੀਂ ਤਾਂ ਬਿਲਕੁਲ ਬਰੀਕ ਇਸ ਤਰ੍ਹਾਂ ਕਰਨਾ, ਛੋਟਾ ਕੰਮ ਕਰਨਾ, ਉੱਪਰਲੇ ਸਕਿਨ ਚ ਉੱਪਰਲੇ ਲੇਅਰ 'ਚ ਕਰਨਾ ਹੈ। ਤਾਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਕੋਈ ਇਨਫੈਕਸ਼ਨ ਵਗੈਰਾ। ਜਿਹੜਾ ਆਪਰੇਸ਼ਨ ਥੀਏਟਰ 'ਚ ਕੰਮ ਕਰਦੇ, ਬਹੁਤ ਸਟਰਲਾਈਜ਼ਡ ਇੰਸਟਰੂਮੈਂਟ ਯੂਜ਼ ਕਰਦੇ ਆ, ਬਿਲਕੁਲ ਆਟੋਕਲੇਵ ਵਗੈਰਾ ਕਰਕੇ ਅੱਛੀ ਤਰ੍ਹਾਂ ਫਿਰ ਹੀ ਅਸੀਂ ਟ੍ਰਾਂਸਪਲਾਂਟ ਕਰਦੇ ਹਾਂ। ਤਾਂ ਇਨਫੈਕਸ਼ਨ ਦਾ ਕੋਈ ਚਾਂਸ ਨਹੀਂ ਹੈ। ਬਾਕੀ ਮੈਂ ਤੁਹਾਨੂੰ ਦੱਸ ਦਿੱਤਾ, ਬਾਕੀ ਹੋਰ ਜਿਹੜੇ ਵੀ ਹੈਗੇ ਕੈਂਸਰ ਜਾਂ ਜੋ ਵੀ ਇਸ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਹੈ। ਡਾਕਟਰ ਸਾਹਿਬ, ਮਤਲਬ ਇਹ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਉਸ ਦੇ ਸਿਰ ਦੇ ਵਾਲ ਉਸੇ ਦੇ ਸਿਰ 'ਚ ਹੀ ਲਾਏ ਜਾਂਦੇ ਆ, ਕਿਤੇ ਐਂ ਵੀ ਪੋਸੀਬਲ ਹੈ ਕਿ ਕਿਸੇ ਹੋਰ ਦੇ ਵਾਲ ਕਿਸੇ ਹੋਰ ਦੇ ਲਾਏ ਜਾਣ? ਦੇਖੋ DNA ਬਹੁਤ ਸਾਰੀ ਚੀਜ਼ਾਂ ਹੁੰਦੀਆਂ, ਮਤਲਬ ਫਾਦਰ ਦੇ ਬੱਚੇ ਦੇ ਫਾਦਰ ਨਹੀਂ ਬਹੁਤ ਸਾਰੇ ਬਰੀਕ ਜਿਹੜੇ ਹੁੰਦੇ ਅੰਦਰ ਜੀਨਸ ਹੁੰਦੇ ਆ ਜਿਹੜੇ ਉਹ ਮੈਚ ਨਹੀਂ ਕਰਦੇਗੇ। ਓਕੇ, ਜਿਵੇਂ ਤੁਸੀਂ ਦੇਖੋਗੇ ਆਪਾਂ ਬਲੱਡ ਵੀ ਜੇ O ਪੋਜ਼ਿਟਿਵ ਜਾਂ O ਪੋਜ਼ਿਟਿਵ ਨੂੰ ਦੇਣਾ ਹੈ ਤਾਂ ਉਹਦੇ ਲਈ ਕ੍ਰਾਸ ਮੈਚ ਕਰਨਾ ਪੈਂਦਾ ਹੈ। ਅੱਛਾ, ਸਿੱਧਾ ਇਹ ਨਹੀਂ ਕਿ ਮੈਂ O ਪੋਜ਼ਿਟਿਵ ਬਲੱਡ ਕਿਸੇ ਹੋਰ O ਪੋਜ਼ਿਟਿਵ ਨੂੰ ਦੇ ਦੂੰਗਾ। ਪਹਿਲਾਂ O ਪੋਜ਼ਿਟਿਵ ਨੂੰ ਕ੍ਰਾਸ ਮੈਚ ਕੀਤਾ ਜਾਏਗਾ, ਉਹਦਾ ਆਪਸ 'ਚ ਰਿਐਕਸ਼ਨ ਨਹੀਂ ਹੋਏਗਾ ਤਾਂ ਹੀ ਦਿੱਤਾ ਜਾਏਗਾ ਉਹ ਬਲੱਡ ਦੂਜੇ ਨੂੰ। ਅੱਛਾ, ਇਸ ਲਈ ਇਹ ਜਿਹੜੇ ਵਾਲ ਹੈ ਇਹਨਾਂ ਦੇ ਵਿੱਚ ਵੀ ਛੋਟੇ ਇਕੱਲਾ DNA ਮੈਚ ਕਰਨਾ ਜ਼ਰੂਰੀ ਨਹੀਂ ਹੈ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹਦੇ ਕਰਕੇ ਇੱਕ ਪੇਸ਼ੈਂਟ ਦੇ ਵਾਲ ਦੂਸਰੇ ਪੇਸ਼ੈਂਟ ਦੇ ਵਿੱਚ ਨਹੀਂ ਚੱਲਦੇ। ਜੇ ਮੈਂ ਦੂਸਰੇ ਦੇ ਲਗਾ ਦੂੰਗਾ, ਫਾਦਰ ਦੇ ਜਾਂ ਕਿਸੇ ਦੇ ਵੀ ਲਗਾ ਦੂੰਗਾ, ਉਹ ਚੱਲਣਗੇ ਨਹੀਂ, ਉਹ ਡੈਡ ਹੋ ਜਾਣਗੇ। ਇਹ ਡਾਕਟਰ ਸਾਹਿਬ, ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਡਿਸੀਜ਼ ਪਹਿਲਾਂ ਤੋਂ ਹੈਗੀ ਆ, ਕਿ ਉਹਦਾ ਵੀ ਕੋਈ ਚੈੱਕਅਪ ਹੁੰਦਾ ਹੋਏਗਾ ਵੀ ਜੇ ਕਿਸੇ ਨੂੰ ਮਤਲਬ ਸ਼ੂਗਰ ਹੈ ਜਾਂ BP ਦੀ ਪ੍ਰੋਬਲਮ ਹੈ ਜਾਂ ਕੋਈ ਹੋਰ ਵੀ ਕੋਈ HIV ਵਗੈਰਾ ਹੈ ਜਾਂ ਕੋਈ ਕਾਲਾ ਪੀਲੀਆ ਵਗੈਰਾ, ਕਈ ਤਰ੍ਹਾਂ ਦੀਆਂ ਬਿਮਾਰੀਆਂ ਮਤਲਬ ਆਉਂਦੀਆਂ, ਉਹਨਾਂ ਦਾ ਵੀ ਫਿਰ ਕੋਈ ਧਿਆਨ ਰੱਖਿਆ ਜਾਂਦਾ ਕੁਝ? ਦੇਖੋ, ਹਾਂਜੀ ਬਿਲਕੁਲ। ਅਸੀਂ ਦੇਖੋ ਟ੍ਰਾਂਸਪਲਾਂਟ ਤੋਂ ਪਹਿਲਾਂ ਅਸੀਂ ਪੂਰੀ ਹਿਸਟਰੀ ਲੈਂਦੇ ਹਾਂ ਪਹਿਲਾਂ ਤਾਂ ਵੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ। ਸਭ ਤੋਂ ਪਹਿਲੀ ਗੱਲ ਤਾਂ ਇਹ ਜਿਹੜਾ ਕਾਸਮੈਟਿਕ ਪ੍ਰੋਸੀਜਰ ਹੈ। ਓਕੇ, ਸੋ ਜੋ ਬੰਦਾ ਬਿਮਾਰ ਹੈ ਕਦੇ ਵੀ ਟ੍ਰਾਂਸਪਲਾਂਟ ਨਹੀਂ ਕਰਾਉਣਾ ਹੁੰਦਾ। ਜਿਹੜਾ ਸਵਸਥ ਬੰਦਾ ਹੈਗਾ, ਜਿਹੜਾ ਸਹੀ ਤਰੀਕੇ ਨਾਲ ਸਾਰਾ ਕੁਝ ਹੈਗਾ, ਉਹੀ ਟ੍ਰਾਂਸਪਲਾਂਟ ਕਰਾਉਣਾ ਹੁੰਦਾ ਹੈ, ਠੀਕ ਹੈ। ਸੋ ਅਸੀਂ ਜੋ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਉਹਨੂੰ ਸ਼ੂਗਰ ਤਾਂ ਨਹੀਂ ਹੈਗੀ, ਠੀਕ ਹੈ। ਅਸੀਂ ਕੁਝ ਚੈੱਕਅਪ ਕਰਦੇ ਹਾਂ ਪਹਿਲਾਂ, ਉਹਦੇ ਵਿੱਚ ਅਸੀਂ ਸ਼ੂਗਰ ਚੈੱਕ ਕਰਦੇ ਹਾਂ, ਠੀਕ ਹੈ, ਕੰਪਲੀਟ ਬਲੱਡ ਕਾਊਂਟ ਚੈੱਕ ਕਰਦੇ ਹਾਂ, ਓਕੇ, ਜਦ ਇਹਨਾਂ ਪਤਾ ਲੱਗ ਜਾਂਦਾ ਕਿ ਬਾਡੀ 'ਚ ਇਨਫੈਕਸ਼ਨ ਤਾਂ ਨਹੀਂ ਹੈਗੀ। ਠੀਕ ਹੈ ਜੀ। ਬਲੀਡਿੰਗ ਟਾਈਮ, ਕਲੌਟਿੰਗ ਟਾਈਮ ਦੇਖਦੇ ਹਾਂ ਕਿ ਬਲੱਡ ਦੇ ਵਿੱਚ ਪ੍ਰੋਬਲਮ ਤਾਂ ਨਹੀਂ ਹੈਗੀ। ਫਿਰ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੈਗੀ ਹੈ ਉਹ ਹੈਗੀ HIV, HCV, HBS, ਕਾਲਾ ਪੀਲੀਆ। ਇਹ ਤਿੰਨ ਚੀਜ਼ਾਂ ਅਸੀਂ ਚੈੱਕ ਕਰਦੇ ਹਾਂ, ਸਕਰੀਨਿੰਗ ਕਰਦੇ ਹਾਂ। ਇਹ ਤਿੰਨੇ ਚੀਜ਼ਾਂ ਸਾਰੀਆਂ ਚੈੱਕ ਕਰਨ ਤੋਂ ਬਾਅਦ ਜੇ ਨਾਰਮਲ ਸਭ ਕੁਝ ਆਉਂਦਾ ਹੈ ਫਿਰ ਹੀ ਅਸੀਂ ਟ੍ਰਾਂਸਪਲਾਂਟ ਕਰਦੇ ਹਾਂ। ਸ਼ੂਗਰ ਅਗਰ ਪੇਸ਼ੈਂਟ ਨੂੰ ਆ ਗਈ ਤਾਂ ਪੇਸ਼ੈਂਟ ਨੂੰ ਪਹਿਲਾਂ ਕਹਿੰਦੇ ਆ ਵੀ ਸ਼ੂਗਰ ਆਪਣੀ ਪ੍ਰੋਪਰ ਕੰਟਰੋਲ ਕਰੋ, 150 ਤੋਂ ਘੱਟ ਹੋਣੀ ਚਾਹੀਦੀ ਹੈ। ਠੀਕ ਹੈ। ਅਗਰ ਉਹਨੂੰ HIV ਆ ਗਿਆ ਪੋਜ਼ਿਟਿਵ, ਫਿਰ ਦੇਖੋ ਸਾਨੂੰ ਮੁਸ਼ਕਿਲ ਹੋ ਜਾਂਦਾ ਕਰਨਾ, ਲੇਕਿਨ ਅਸੀਂ ਕੀਤੇ ਹਾਂ। ਦੇਖੋ ਸਹੀ ਦੱਸਾਂ ਤੁਹਾਨੂੰ, HIV ਪੇਸ਼ੈਂਟ ਵੀ ਕੀਤੇ ਹੈ, ਲੇਕਿਨ ਉਹਦੇ ਲਈ ਅਸੀਂ ਸੈਪਰੇਟ ਕਿੱਟ ਯੂਜ਼ ਕਰਦੇ ਹਾਂ। ਓਕੇ, ਜਿਹੜਾ ਵੀ ਸਮਾਨ ਉਸ ਪੇਸ਼ੈਂਟ ਲਈ ਯੂਜ਼ ਕੀਤਾ ਜਾਂਦਾ ਹੈ ਅਸੀਂ ਉਹਨੂੰ ਡਿਸਕਾਰਡ ਕਰ ਦਿੰਦੇ ਹਾਂ। ਓਕੇ, ਸਪੈਸ਼ਲੀ ਮਤਲਬ ਜੋ ਕਿ ਬਿਲਕੁਲ ਅਲੱਗ ਤੋਂ ਸਾਰਾ ਸਮਾਨ ਹੁੰਦਾ ਹੈ, ਅਲੱਗ ਤੋਂ ਆਪਰੇਸ਼ਨ ਥੀਏਟਰ 'ਚ ਕਰਦੇ ਹਾਂ। ਸਾਰਾ ਸਮਾਨ ਅਸੀਂ ਉਹਦਾ ਜਿੰਨਾ ਵੀ ਯੂਜ਼ ਕੀਤਾ ਹੁੰਦਾ ਅਸੀਂ ਉਹਦਾ ਡਿਸਕਾਰਡ ਕਰ ਦਿੰਦੇ ਹਾਂ। ਪਰ ਡਾਕਟਰ ਸਾਹਿਬ ਉਹ ਰਿਸਕੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਤਾਂ ਐਵੇਂ ਡਾਕਟਰ ਹੈ ਜੀ, ਹੁਣ ਸਾਨੂੰ ਅਸੀਂ ਰਿਸ਼ਤਾ ਲੈਣਾ ਪੈਂਦਾ ਸਾਨੂੰ। ਓਕੇ 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 ਡਾਕਟਰ ਸਾਹਿਬ, ਲਾਸਟ 'ਚ ਮੈਂ ਇਹ ਜ਼ਰੂਰ ਪੁੱਛਣਾ ਚਾਹਾਂਗਾ ਕਿ ਜਿਹੜੇ ਮੈਨੂੰ ਟ੍ਰੀਟਮੈਂਟ ਦਿੱਤਾ, ਹੇਅਰ ਟ੍ਰਾਂਸਪਲਾਂਟ ਕਰਵਾਏ, ਉਹਦੇ ਵਾਸਤੇ ਕਿੰਨਾ ਕੁ ਪ੍ਰੀਕਾਸ਼ਨ ਹੁੰਦਾ, ਉਹਨੂੰ ਅੱਗੇ ਕੀ ਧਿਆਨ ਰੱਖਣਾ, ਕਿੰਨੇ ਦਿਨਾਂ ਤੱਕ ਕੀ ਧਿਆਨ ਰੱਖਣਾ ਪੈਂਦਾ ਕਿ ਉਦੋਂ ਬਾਅਦ ਨਾਰਮਲ ਹੋ ਜਾਂਦਾ ਬੰਦਾ? ਹਾਂਜੀ, ਦੇਖੋ ਟ੍ਰਾਂਸਪਲਾਂਟ ਦੇ ਵਿੱਚ ਬੜਾ ਪੇਸ਼ੈਂਟ ਨੂੰ ਅੱਜ ਕੱਲ੍ਹ ਬੜਾ ਰਹਿੰਦਾ ਹੈ ਕਿ ਇਹਦੇ ਵਿੱਚ 1 ਮਹੀਨਾ ਘਰ ਹੀ ਰਹਿਣਾ ਪੈਂਦਾ ਹੈ,
ਇਹਦੇ ਵਿੱਚ ਏਸੀ 'ਚ ਰਹਿਣਾ ਪੈਂਦਾ ਹੈ, ਇਹਦੇ ਵਿੱਚ ਪਸੀਨਾ ਨਹੀਂ ਆਉਣਾ ਚਾਹੀਦਾ, ਇਹਨੂੰ ਗਰਮੀਆਂ 'ਚ ਨਹੀਂ ਕਰਾਉਣਾ ਚਾਹੀਦਾ, ਸਰਦੀਆਂ 'ਚ ਕਰਾਉਣਾ ਚਾਹੀਦਾ। ਇਹ 4-5 ਚੀਜ਼ਾਂ ਹੈਗੀਆਂ ਜਿਹੜੇ ਪੇਸ਼ੈਂਟ ਦੇ ਮਨ ਦੇ ਵਿੱਚ ਹੁੰਦੀਆਂ। ਇਹ ਇਹੋ ਜਿਹਾ ਕੁਛ ਨਹੀਂ ਹੈਗਾ। ਗਰਮੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਦਾ ਟਰਾਂਸਪਲਾਂਟ ਦਾ ਕੋਈ ਲੈਣਾ ਦੇਣਾ ਨਹੀਂ ਹੈ। ਪਸੀਨਾ ਕੋਈ ਦਿੱਕਤ ਨਹੀਂ ਹੈ, ਪਸੀਨਾ ਆ ਜਾਏ ਕੋਈ ਦਿੱਕਤ ਨਹੀਂ ਹੈ, ਕੋਈ ਟਰਾਂਸਪਲਾਂਟ ਖਰਾਬ ਨਹੀਂ ਹੁੰਦਾ। ਹਾਂਜੀ। ਹੋਰ ਕੋਈ ਜਿਵੇਂ ਕਿ ਹੋਰ ਕੀ ਕਹਿ ਰਹੇ ਸੀ ਆਪਾਂ? ਜਿਵੇਂ ਮਤਲਬ ਉਦੋਂ ਬਾਅਦ ਕੀ ਧਿਆਨ ਰੱਖਣਾ ਪੈਂਦਾ ਹੈ? ਧਿਆਨ ਰੱਖਣਾ ਪੈਂਦਾ ਜਿਵੇਂ ਪੇਸ਼ੈਂਟ ਨੂੰ ਲੱਗਦਾ ਮੈਂ ਏਸੀ 'ਚ ਬੈਠਣਾ ਪਊਗਾ, 1 ਮਹੀਨਾ ਮੈਨੂੰ ਘਰੇ ਰਹਿਣਾ ਪਊਗਾ, ਐਸਾ ਕੁਛ ਨਹੀਂ ਹੈ। ਮੈਂ ਤੁਹਾਨੂੰ ਦੱਸ ਦਿੰਦਾ ਕੀ ਕਰਨਾ ਹੈ। ਟਰਾਂਸਪਲਾਂਟ ਹੋ ਗਿਆ ਤੁਹਾਡਾ, ਉਸ ਤੋਂ ਬਾਅਦ 4-5 ਦਿਨ ਤੁਸੀਂ ਝੁੱਕ ਕੇ ਕੰਮ ਨਹੀਂ ਕਰਨਾ। ਮੈਂ ਤੁਹਾਨੂੰ ਪਹਿਲਾਂ ਦੱਸਿਆ ਜ਼ਿਆਦਾ ਧੁੱਪ 'ਚ ਨਾ ਕੰਮ ਜਾਓ, ਡਾਇਰੈਕਟ ਧੁੱਪ ਨਾ ਸਿਰ ਦੇ ਉੱਤੇ ਪਵੇ। ਜੇ ਤੁਹਾਨੂੰ ਬਾਹਰ ਜਾਣਾ ਹੈ ਤਾਂ ਤੁਸੀਂ ਹਲਕਾ ਜਿਹਾ ਰੁਮਾਲ ਨਾਲ ਢੱਕ ਕੇ ਟਰਾਂਸਪਲਾਂਟਡ ਏਰੀਆ ਨੂੰ ਬਾਹਰ ਜਾ ਸਕਦੇ ਹੋ। ਥੋੜ੍ਹਾ ਬਹੁਤ ਪਸੀਨਾ ਆ ਜਾਏ ਕੋਈ ਦਿੱਕਤ ਨਹੀਂ ਹੈ, ਬਾਹਰ ਜਾ ਸਕਦੇ ਹੋ। ਤੁਸੀਂ ਆਪਣੇ ਕੰਪਿਊਟਰ ਦੇ ਉੱਤੇ ਜਿਹੜਾ ਵੀ ਲੈਪਟਾਪ ਦੇ ਉੱਤੇ ਬੈਠ ਕੇ ਆਰਾਮ ਨਾਲ ਕੰਮ ਕਰ ਸਕਦੇ ਹੋ ਨੈਕਸਟ ਡੇ ਤੋਂ। ਠੀਕ ਹੈ, ਕੋਈ ਇਸ ਤਰ੍ਹਾਂ ਨਹੀਂ ਰੈਸਟ ਕਰਨ ਦੀ ਕੋਈ ਲੋੜ ਨਹੀਂ ਹੈ। ਪਸੀਨਾ ਥੋੜ੍ਹਾ ਬਹੁਤ ਆ ਜਾਏ ਕੋਈ ਦਿੱਕਤ ਨਹੀਂ ਹੈ। ਡਾਇਰੈਕਟ ਧੁੱਪ 'ਚ ਨਾ ਜਾਓ, ਝੁਕਣ ਵਾਲੇ ਕੰਮ ਨਾ ਕਰੋ। ਅਤੇ ਸਿਰ 'ਤੇ ਪਾਣੀ ਜਿਹੜਾ ਨਾਰਮਲ ਪਾਣੀ ਨਹੀਂ ਪਾਉਣਾ, ਜਿਹੜਾ ਅਸੀਂ ਜਿਹੜਾ ਵਾਸ਼ਰੂਮ 'ਚ ਯੂਜ਼ ਕਰਦੇ ਹਾਂ। ਅਸੀਂ ਜਿਹੜਾ ਪਾਣੀ ਦਿੰਦੇ ਹਾਂ ਨਾਰਮਲ ਸਲਾਈਨ ਉਹ ਯੂਜ਼ ਕਰਨਾ ਹੁੰਦਾ। ਉਹ ਤਾਂ ਕੁਝ ਕੁ ਦਿਨ ਵਾਸਤੇ ਹੁੰਦਾ ਹੋਏਗਾ। ਹਾਂਜੀ, ਉਹ 10 ਦਿਨ ਤੱਕ ਯੂਜ਼ ਕਰਨਾ ਹੈ। ਤਾਂ 5 ਡੇਜ਼ ਤੋਂ ਬਾਅਦ ਤੁਸੀਂ ਨਾਰਮਲ ਕੈਪ ਪਾ ਕੇ ਬਾਹਰ ਜਾ ਸਕਦੇ ਹੋ, ਆਪਦੇ ਸਾਰੇ ਕੰਮ ਕਰ ਸਕਦੇ ਹੋ, ਝੁਕਣ ਵਾਲੇ ਸਾਰੇ ਕੰਮ ਕਰ ਸਕਦੇ ਹੋ, ਆਪਣਾ ਸਿਰ 'ਤੇ ਪਾਣੀ ਨਾਰਮਲ ਪਾਣਾ ਸ਼ੁਰੂ ਕਰ ਸਕਦੇ ਹੋ। ਓਕੇ। ਸੋ ਆਫਟਰ 10 ਡੇਜ਼ ਜਦੋਂ 10 ਦਿਨ ਹੋ ਗਏ, ਹੁਣ ਤੁਸੀਂ ਬਿਲਕੁਲ ਵਰੀ ਫਰੀ ਹੋ ਜਾਓ ਕਿ ਮੇਰਾ ਟਰਾਂਸਪਲਾਂਟ ਹੋਇਆ ਸੀ। ਯੂ ਕੈਨ ਡੂ ਐਵਰੀਥਿੰਗ। ਤੁਸੀਂ ਸਿਰ 'ਤੇ ਪਾਣੀ ਪਾ ਸਕੇ, ਸਿਰ 'ਤੇ ਹੱਥ ਲਾ ਕੇ ਨਹਾਉਣਾ ਸ਼ੁਰੂ ਕਰ ਸਕਦੇ ਹੋ, ਬਾਹਰ ਜਾ ਸਕਦੇ ਹੋ, ਬਿਨਾਂ ਕੈਪ ਲਏ ਬਾਹਰ ਜਾ ਸਕਦੇ ਹੋ, ਆਪਦੇ ਸਾਰੇ ਹੈਵੀ ਵਰਕ ਜੋ ਵੀ ਜਿਮ ਵਗੈਰਾ ਕਰਨਾ ਹੈ ਕਰ ਸਕਦੇ ਹੋ, ਸਾਰੇ ਕੰਮ ਕਰ ਸਕਦੇ ਹੋ ਆਫਟਰ 10 ਡੇਜ਼। ਕੋਈ ਇਸ ਤਰ੍ਹਾਂ ਨਹੀਂ ਕਿ 1 ਮਹੀਨਾ ਤੁਹਾਨੂੰ ਘਰੇ ਬੈਠਣਾ ਪਏਗਾ, ਗਰਮੀ 'ਚ ਨਹੀਂ ਕਰਵਾਉਣਾ ਚਾਹੀਦਾ, ਸਰਦੀ 'ਚ ਕਰਾਉਣਾ ਚਾਹੀਦਾ, ਇਹਦਾ ਕੁਝ ਵੀ ਨਹੀਂ ਹੈਗਾ। ਗਰਮੀ ਸਰਦੀ ਸਾਰੇ ਪ੍ਰੀਕਾਸ਼ਨ ਸੇਮ ਹੀ ਹੈ ਕਿ 10 ਦਿਨ ਦੇ ਜਿਹੜੇ ਮੈਂ ਤੁਹਾਨੂੰ ਪ੍ਰੀਕਾਸ਼ਨ ਦੱਸੇ ਹੈ ਉਹ ਗਰਮੀ ਦੇ ਵੀ ਸੇਮ ਹੈ, ਸਰਦੀ 'ਚ ਵੀ ਸੇਮ ਹੈ। ਓਕੇ ਓਕੇ। ਡਾਕਟਰ ਸਾਹਿਬ ਇੱਕ ਕੁਐਸਚਨ ਹੋਰ ਮੇਰੇ ਧਿਆਨ 'ਚ ਆ ਰਿਹਾ ਸੀਗਾ ਕਿ ਜਿਹੜਾ ਬਾਲ ਟਰਾਂਸਪਲਾਂਟ ਹੋ ਗਏ, ਕੀ ਐਦਾਂ ਨਹੀਂ ਹੁੰਦਾ ਕਿ ਕਈ ਸਾਲ ਇਹ ਬਾਲ ਆਉਣ ਹੀ ਨਾ, ਫਿਰ ਉਹਨੂੰ ਵੇਟ ਕਰਦੇ ਰਹੋ, ਜਾਂ ਮਤਲਬ ਜਾਂ ਇਹ ਨਾਰਮਲ ਹੋ ਜਾਂਦੇ ਆ ਬਾਲ ਇਹ ਉਦੋਂ ਬਾਅਦ? ਜਿਹੜੇ ਬਾਲ ਹੈਗੇ ਆ ਇਹ ਇੱਕ ਵਾਰ ਝੜ ਜਾਂਦੇ ਆ, ਜੋ ਅਸੀਂ ਲਗਾਉਂਦੇ ਆ। ਇਹ ਜੜ੍ਹਾਂ ਹੁੰਦੀਆਂ। ਅੱਛਾ, ਜਿਹੜੇ ਤੁਸੀਂ ਲਗਾਉਂਦੇ ਹੋ? ਬਿਲਕੁਲ ਜੜ੍ਹਾਂ ਹੁੰਦੀਆਂ। ਤਾਂ ਜੜ੍ਹਾਂ ਹੁੰਦੀਆਂ ਜਿਹੜੀ ਬਿਲਕੁਲ ਇਹ ਕਾਲੇ ਜਿਹੀਆਂ ਨਜ਼ਰ ਆਉਂਦੀਆਂ, ਇਹ ਹੌਲੀ ਹੌਲੀ ਝੜਨੀਆਂ ਸ਼ੁਰੂ ਹੋ ਜਾਂਦੀਆਂ। ਠੀਕ ਹੈ ਜੀ। ਜਦੋਂ ਤੁਸੀਂ ਇਹ ਵਿਦਿਨ 1 ਮੰਥ, 1.25 ਮਹੀਨੇ ਦੇ ਅੰਦਰ ਅੰਦਰ ਜਿਹੜੀਆਂ ਅਸੀਂ ਜੜ੍ਹਾਂ ਲਗਾਈਆਂ ਹੁੰਦੀਆਂ, ਇਹ ਸਾਰੀਆਂ ਦੀਆਂ ਸਾਰੀਆਂ ਝੜ ਜਾਂਦੀਆਂ ਇੱਕ ਵਾਰ। ਥੋੜਾ ਸਿਰ ਫਿਰ ਤੋਂ ਫਿਰ ਪਲੇਨ ਹੋ ਜਾਂਦਾ। ਓਕੇ। ਬਹੁਤ ਰੇਅਰ ਪੇਸ਼ੈਂਟ ਹੈ ਮੈਨੂੰ ਕਹਿਣਗੇ ਸਰ ਜਿਹੜੇ ਬਾਲ ਤੁਸੀਂ ਲਗਾਏ ਸੀ ਉਹੀ ਚੱਲ ਪਏ। ਬਹੁਤ ਬੜਾ ਰੇਅਰ ਹੈ ਇਹ, ਆਪਣੇ ਬੋਡੀ ਟੂ ਬੋਡੀ ਡਿਪੈਂਡ ਕਰਦਾ, ਪਰ 95% ਕੇਸਿਸ ਦੇ ਵਿੱਚ ਬਾਲ ਝੜ ਜਾਂਦੇ ਆ। ਓਕੇ। ਉਸ ਤੋਂ ਬਾਅਦ ਇਹ 3.5 ਮਹੀਨੇ ਬਾਅਦ, ਅੱਜ ਤੋਂ 3.5 ਮਹੀਨੇ ਬਾਅਦ ਇਹ ਇਹਨਾਂ ਦੀ ਰੀਗਰੋਥ ਸਟਾਰਟ ਹੁੰਦੀ ਹੈ। ਪਹਿਲਾਂ ਬੜੇ ਵਿਰਲੇ ਹੁੰਦੇ ਆ, ਇਹ ਹੌਲੀ ਹੌਲੀ ਇਹ ਬਾਲ ਸੰਘਣੇ ਹੁੰਦੇ ਜਾਂਦੇ ਆ। ਇਹ ਆਪਣੇ ਬੋਡੀ ਆਪਣੇ ਆਪ ਕਰਦੀ ਹੈ। ਠੀਕ ਹੈ। ਇਹਦੇ ਲਈ ਇਸ ਤਰ੍ਹਾਂ ਨਹੀਂ ਕੋਈ ਤੁਹਾਨੂੰ ਬਹੁਤ ਸਪੈਸ਼ਲ ਮੈਡੀਸਨ ਯੂਜ਼ ਕਰਨੀ ਪਏਗੀ, ਸਪੈਸ਼ਲ ਤੁਹਾਨੂੰ ਕੋਈ ਪ੍ਰੀਕਾਸ਼ਨ ਲੈਣੀ ਪੈਣਗੀਆਂ, ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ। ਇਹ ਬੋਡੀ ਆਪਣੇ ਆਪ ਨੂੰ ਰੀਗਰੋ ਕਰੇਗੀ। 3.5 ਮਹੀਨੇ ਬਾਅਦ ਬਾਲ ਆਉਣੇ ਸ਼ੁਰੂ ਹੋ ਜਾਣਗੇ। ਪਹਿਲਾਂ ਇਹਨਾਂ ਦੀ ਡੈਂਸਿਟੀ ਬਹੁਤ ਘੱਟ ਹੋਏਗੀ, ਹੌਲੀ ਹੌਲੀ 6 ਮਹੀਨੇ 7 ਮਹੀਨੇ 8 ਮਹੀਨੇ ਦੇ ਵਿੱਚ ਇਹਨਾਂ ਦੀ ਪੂਰੀ ਗਰੋਥ ਹੋ ਜਾਏਗੀ। ਓਕੇ। ਵੈਸੇ ਪੂਰਾ ਰਿਜ਼ਲਟ ਆਉਣ 'ਚ ਸਾਲ ਲੱਗਦਾ ਹੈ, ਬਟ ਸਿਰ ਭਰਨ ਦੇ ਵਿੱਚ, ਠੀਕ ਦਿਖਣ ਦੇ ਵਿੱਚ, ਕੈਪ ਉਤਰਨ ਦੇ ਵਿੱਚ 7-8 ਮਹੀਨੇ 'ਚ ਸਹੀ ਹੋ ਜਾਂਦਾ। ਹੁਣ ਬਾਕੀ ਗੱਲ ਤੁਸੀਂ ਕਹਿ ਰਹੇ ਸੀ ਕਿ ਇਹ ਵੀ ਹੋ ਸਕਦਾ ਵੀ ਬਾਲ ਨਾ ਆਉਣ, ਇਹ ਨਾ ਹੋ ਨਾ। ਦੇਖੋ, ਬਾਲ ਆਉਣ ਦਾ ਇਹ ਰਿਜ਼ਲਟ ਕਹਿੰਦੇ ਆਪਾਂ ਨੂੰ ਕਿ ਰਿਜ਼ਲਟ ਆਇਆ ਕਿ ਨਹੀਂ ਆਇਆ। ਹਾਂਜੀ। ਰਿਜ਼ਲਟ ਨਾ ਆਉਣ ਦੇ 2 ਕਾਰਨ ਹੈ। ਮੈਂ ਤੁਹਾਨੂੰ ਪਹਿਲਾਂ ਇੱਕ ਰੀਜ਼ਨ ਤਾਂ ਪਹਿਲਾਂ ਵੀ ਦੱਸਿਆ ਹੈ ਕਿ ਰਿਜ਼ਲਟ ਘੱਟ ਆਉਣ ਦੇ ਕੀ ਰੀਜ਼ਨ ਹੈ ਕਿ ਜੇ ਬਾਲ ਪਿੱਛੇ ਵਾਲੇ ਹਲਕੇ ਹੈ ਬਹੁਤ, ਅਤੇ ਏਰੀਆ ਜਿਹੜਾ ਹੈਗਾ ਕਵਰ ਕਰਨ ਵਾਲਾ ਬਹੁਤ ਵੱਡਾ ਹੈ। 6 ਮਹੀਨੇ 9 ਮਹੀਨੇ ਦੇ ਵਿੱਚ ਪੂਰਾ ਰਿਜ਼ਲਟ ਆ ਜਾਂਦਾ। ਰਿਜ਼ਲਟ ਨਾ ਆਉਣ ਦਾ ਕੋਈ ਕਾਰਨ ਨਹੀਂ ਹੈਗਾ। ਜਿੰਨੇ ਬਾਲ ਅਸੀਂ ਲਗਾਏ ਆ ਸਾਰੇ ਦੇ ਸਾਰੇ ਪੂਰੇ ਦੀ ਪੂਰੀ ਗਰੋਥ ਹੁੰਦੀ ਹੈ ਉਹਨਾਂ ਦੀ। ਅਤੇ ਪੂਰੇ ਦੇ ਪੂਰੇ ਇਸ ਤਰ੍ਹਾਂ ਨਹੀਂ ਹੈਗਾ ਕਿ ਪੇਸ਼ੈਂਟ ਮੈਨੂੰ ਕਦੇ ਪੁੱਛਦੇ ਵੀ ਹੈ ਕਿ ਸਰ 3.5 ਮਹੀਨੇ ਬਾਅਦ ਬਾਲ ਜੇ ਤੁਸੀਂ ਕਹਿੰਦੇ ਝੜ ਗਏ ਇੱਕ ਵਾਰ, ਕੀ ਪਤਾ ਨਹੀਂ ਦੁਬਾਰਾ ਆਉਣਗੇ। ਤਾਂ ਸਾਡੀ ਇਸ ਚੀਜ਼ ਦੀ ਗਰੰਟੀ ਹੁੰਦੀ ਹੈ ਕਿ ਉਹ ਬਾਲ ਜਿਹੜੇ ਅਸੀਂ ਲਗਾਏ ਸਾਰੇ ਦੇ ਸਾਰੇ ਬਾਲ ਆਉਣਗੇ। ਵਿਦਿਨ 6 to 9 ਮੰਥ ਸਾਰੇ ਬਾਲ ਆ ਜਾਣਗੇ। ਲੇਕਿਨ ਜਿਨ੍ਹਾਂ ਦਾ ਸਾਨੂੰ ਲੱਗਦਾ ਹੈ ਕਿ ਬਾਲ ਘੱਟ ਆਉਣਗੇ ਜਾਂ ਨਹੀਂ ਆਉਣਗੇ ਜਾਂ ਜੋ ਵੀ ਹੈ ਕੋਈ ਰੀਜ਼ਨ ਜਿਹੜੇ ਮੈਂ ਤੁਹਾਨੂੰ ਦੱਸੇ ਹੈ, ਉਹਨਾਂ ਨੂੰ ਅਸੀਂ ਪੇਸ਼ੈਂਟ ਨੂੰ ਪਹਿਲਾਂ ਹੀ ਦੱਸ ਦਿੰਦੇ ਹਾਂ ਕਿ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਏਗੀ ਤਾਂ ਇਸ ਤਰ੍ਹਾਂ ਤੁਸੀਂ ਟਰਾਂਸਪਲਾਂਟ ਨਾ ਕਰਵਾਓ ਜੋ ਵੀ ਹੈ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ, ਅਤੇ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕ ਵੀ ਇਸ ਸਹੂਲਤ ਦਾ, ਇਸ ਟ੍ਰੀਟਮੈਂਟ ਦਾ ਫਾਇਦਾ ਲੈਣਗੇ। ਬਹੁਤ ਧੰਨਵਾਦ ਤੁਹਾਡਾ। ਠੀਕ ਹੈ।